ਵਾਹਿਗੁਰੂ। ਗੁਰੂ ਅੱਜ ਆਪਾਂ 16ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਗੌੜੀ ਰਾਗ ਦੇ ਵਿੱਚ 283 ਅੰਗ ਤੇ ਉੱਤੇ ਉੱਥੋਂ ਸ਼ੁਰੂ ਕਰ ਰਹੇ ਹਾਂ ਜੀ। ਮਹਾਰਾਜ ਮਿਹਰ ਕਰਨ। ਇਸ ਤੋਂ ਪਹਿਲਾਂ ਮਹਾਰਾਜ ਨੇ ਸਾਰਾ ਆਪਾਂ ਨੂੰ ਗਿਆਨ ਦਿੱਤਾ ਹੈ ਬਈ ਉਹ ਮਾਲਕ ਪਰਮਾਤਮਾ ਦੀ ਇਹ ਰੰਗ ਬਿਰੰਗੀ ਦੁਨੀਆ ਬਣਾਈ ਹੈ, ਮਾਲਕ ਨੇ ਖੇਡ ਬਣਾਈ ਹੋਈ ਆ। ਇਹਦੇ ਵਿੱਚ ਕੋਈ ਕੁਛ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਕਰਮ ਕਾਂਡ ਵੀ ਚੱਲਣੇ ਸਾਰਾ ਪ੍ਰੋਵੀਜ਼ਨ ਹੈਗਾ। ਇਹ ਖੇਡ ਜਿਹੜੀ ਹੈਗੀ ਆ ਇਹ ਡੁਆਲਿਟੀ ਦੇ ਵਿੱਚ ਚੱਲਣੀ ਆ, ਕਿਉਂਕਿ ਨੈਗੇਟਿਵਿਟੀ ਨਹੀਂ ਹੋਏਗੀ ਤੇ ਗੇਮ ਨਹੀਂ ਚੱਲੇਗੀ। ਨੈਗੇਟਿਵਿਟੀ ਪੋਜ਼ੀਟਿਵਿਟੀ ਜਿਹੜੀ ਹੈਗੀ ਦੋ ਦੇ ਵਿੱਚ ਗੇਮ ਚੱਲਣੀ ਹੈ। ਸਾਰੀ ਦੀ ਸਾਰੀ ਖੇਡ ਮਾਲਕ ਨੇ ਬਣਾਈ ਹੈ ਔਰ ਇਹ ਖੇਡ ਜਿਹੜਾ ਹੈਗਾ ਇਸ 'ਚੋਂ ਨਿਕਲਣ ਦਾ ਰਸਤਾ ਵੀ ਬ੍ਰਹਮ ਗਿਆਨੀਆਂ ਦੇ ਥਰੂ ਮਹਾਰਾਜ ਪਰਮਾਤਮਾ ਆਦਿ ਤੋਂ ਗਿਆਨ ਦੇ ਰਹੇ। ਹੁਣ ਆਪਾਂ ਨੂੰ ਇਸ ਅਸ਼ਟਪਦੀ ਦੇ ਵਿੱਚ ਮਹਾਰਾਜ ਸਮਝਾਉਣਗੇ ਭਾਈ ਬਈ ਭਗਤੀ ਕਿਹਦੀ ਕਰਨੀ ਆ, ਭਗਤੀ ਕਿਹਦੀ ਕਰਨੀ ਆ। ਇੱਕ ਜਿਹੜੀ ਹੈਗੀ ਉਹ ਬ੍ਰਹਮ ਹੈਗਾ, ਮਾਲਕ ਪਰਮਾਤਮਾ ਬ੍ਰਹਮ। ਉਹ ਇਸ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਜਿਹੜਾ ਹੈਗਾ ਜੋ ਕੁਛ ਵੀ ਦਿਸ ਰਿਹਾ ਆ ਉਹ ਪਰਮਾਤਮਾ ਹੀ ਹੈਗਾ ਔਰ ਉਹਨੂੰ ਬ੍ਰਹਮ ਕਹਿੰਦੇ ਆ। ਇਹ ਸਾਰਾ ਦਾ ਸਾਰਾ ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪਾਰ ਬ੍ਰਹਮ ਹੈ। ਇਹ ਉਹਦੀ ਰਚਨਾ ਹੈਗੀ, ਰਚਨਾ ਦੇ ਵਿੱਚ ਆਪ ਹੈਗਾ, ਪਰ ਉਹ ਇਸ ਤੋਂ ਪਰੇ ਹੈਗਾ ਮਾਲਕ ਪਰਮਾਤਮਾ, ਜਿਹਦੀ ਕੀ ਆਪਾਂ ਨੂੰ ਭਗਤੀ ਕਰਨ ਦੇ ਵਾਸਤੇ ਜਿਹੜਾ ਹੈਗਾ ਆਪਣੇ ਜਿਹੜੇ ਬ੍ਰਹਮ ਗਿਆਨੀ ਗੁਰੂ ਗਾਈਡ ਕਹਿ ਰਹੇ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪਿਨ। ਕਹਿੰਦੇ ਦੇਖ ਜਿਹੜਾ ਰੂਪ ਦੇ ਵਿੱਚ ਰੇਖਿਆ ਹੈਗੀ, ਰੰਗ ਹੈਗਾ, ਉਹਦੀ ਭਗਤੀ ਨਹੀਂ ਕਰਨੀ ਪਿਆਰਿਆ, ਨਹੀਂ ਕਰਨੀ। ਪਰਮਾਤਮਾ 3 ਗੁਣਾਂ ਤੋਂ ਪਰੇ ਹੈਗਾ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪਿਨ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇਹ ਰਚਨਾ ਹੈਗੀ ਉਸ ਮਾਲਕ ਪਰਮਾਤਮਾ ਦੀ। ਇਹ ਰਚਨਾ ਵੀ ਉਹਦੇ ਵਿੱਚ ਹੀ ਹੈਗੀ ਆ, ਪਰ ਉਹ ਪਰੇ ਹੈਗਾ, ਭਿੰਨ ਹੈਗਾ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪਿਨ। ਦੇਖੋ ਬਹੁਤ ਜਿਹੜਾ ਹੈ ਨਾ ਇਸੇ ਜਗ੍ਹਾ ਤੇ ਜਿਹੜੀ ਹੈਗੀ ਦੁਨੀਆ ਜਿਹੜੀ ਖੁੰਝੀ ਪਈ ਆ, ਇਸੇ ਜਗ੍ਹਾ ਤੇ ਦੁਨੀਆ ਖੁੰਝੀ ਪਈ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪਿਨ। ਆਪਾਂ ਵੀ ਬਿਲਕੁਲ ਜਿਹੜੇ ਹੈਗੇ ਇਸ ਤੋਂ ਵੱਖਰੇ ਨਹੀਂ ਹੈਗੇ ਭਾਈ। ਆਪਾਂ ਨੂੰ ਵੀ ਆਹੀ ਬਿਮਾਰੀ ਹੈਗੀ ਆ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਕਾਰ ਦੇ ਵਿੱਚ ਹੈ ਹੀ ਨਹੀਂ ਪਿਆਰਿਆ, ਹੈ ਹੀ ਨਹੀਂ ਹੈ। ਉਹ ਪੰਜਾਂ ਤੱਤਾਂ ਦਾ ਹੈ ਹੀ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪਿਨ। ਉਹ ਤਾਂ ਡਿਫਰੈਂਟ ਹੈਗਾ। ਤਿਸੈ ਬੁਝਾਏ ਨਾਨਕਾ ਜੀ ਸੋ ਵੈਸੋ ਪਰਸਨ। ਆਹ ਗੱਲ ਜਿਹੜੀ ਹੈਗੀ ਜੇ ਕਿਤੇ ਆਪਣੇ ਪੱਲੇ ਆ ਗਈ ਤੇ ਸਮਝ ਲਓ ਵੀ ਮਾਲਕ ਖੁਸ਼ ਆ ਆਪਣੇ ਉੱਤੇ, ਉਹਨੇ ਬੁਝਾ ਦਿੱਤੀ ਆਪਾਂ ਨੂੰ ਇਹ ਗੱਲ। ਜੇ ਆਪਾਂ ਨੇ ਆਹ ਨੁਕਤਾ ਫੜ ਲਿਆ, ਜੇ ਆਪਾਂ ਫੇਰ ਜਿਹੜੇ ਹੈਗੇ ਕਿਸੇ ਆਕਾਰ ਦੇ, ਕਿਸੇ ਇਨਸਾਨ ਦੇ ਜਾਂ ਕਿਸੇ ਮਹਾਂਪੁਰਖ ਦੀ ਭਗਤੀ ਕਰਨ ਲੱਗ ਪਏ, ਭਾਵੇਂ ਬ੍ਰਹਮ ਗਿਆਨੀ ਹੋਏ ਪਾਏ, ਜੇ ਉਹਦੀ ਭਗਤੀ ਨਹੀਂ ਅਲਾਉਡ ਹੈਗੀ, ਕਿਉਂਕਿ ਉਹ ਤਾਂ ਮਿਲ ਗਿਆ ਮਾਲਕ ਦੇ ਵਿੱਚ, ਇੱਕਮਿਕ ਹੈਗਾ। ਉਹਦਾ ਸਰੀਰ ਥੋੜ੍ਹੀ ਨਾ ਰਹਿ ਗਿਆ ਹੁਣ। ਤਿਸੈ ਬੁਝਾਏ ਨਾਨਕਾ ਜੀ ਸੋ ਵੈਸੋ ਪਰਸਨ। ਬਸ ਆਹ ਜਿਹੜਾ ਹੈਗਾ ਇਹ ਬਿਲਕੁਲ ਘੁੱਟ ਕੇ ਪੱਲੇ ਬੰਨ ਲੈਣਾ ਭਾਈ। ਜੇ ਕਿਤੇ ਜਿਹੜੇ ਹੈਗੇ ਆਪਾਂ ਕਿਤੇ ਆਕਾਰ ਦੇ ਨਾਲ ਜੁੜੇ ਹੋਏ ਹਾਂ ਭਾਈ, ਤੇ ਹਾਲੇ ਵੀ ਸਮਾਂ ਹੈਗਾ ਜਿਹੜਾ ਹੈਗਾ, ਹਾਲੇ ਵੀ ਕੁਛ ਨਹੀਂ ਵਿਗੜਿਆ ਭਾਈ। ਜਦ ਵੀ ਮਤਲਬ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਸ਼ਿਫਟ ਹੋ ਸਕਦਾ ਹੈ, ਕਿਉਂਕਿ ਜੀਵਨ ਆਪਣਾ ਹੈਗਾ, ਜੀਵਨ ਆਪਣਾ ਹੈਗਾ, ਜ਼ਿੰਮੇਵਾਰੀ ਆਪਣੀ ਹੈਗੀ। ਆਪਾਂ ਨੇ ਲੇਖਾ ਦੇਣਾ ਹੈ, ਆਪਾਂ ਨੂੰ ਚਾਂਸ ਮਿਲਿਆ ਹੋਇਆ ਹੈ, ਆਪਣਾ ਚਾਂਸ ਚਲੇ ਜਾਏਗਾ, ਅਗਲੇ ਦਾ ਕੁਛ ਨਹੀਂ ਜਾਏਗਾ। ਅਗਲਾ ਤਾਂ ਵੈਸੇ ਹੀ ਜਿਹੜਾ ਹੈਗਾ ਜੇ ਉਹ ਤਾਂ ਆਲਰੇਡੀ ਜਿਹੜਾ ਹੈਗਾ ਉਹ
ਆਪਣੇ ਨਾਲ ਜਿਹੜਾ ਜੋੜ ਰਿਹਾ ਆ ਉਹ ਤਾਂ ਆਪ ਹੀ ਜਿਹੜਾ ਹੈਗਾ ਡੁੱਬਿਆ ਪਿਆ ਹੈ, ਅਤੇ ਆਪਾਂ ਨੂੰ ਕੀ ਤਾਰ ਸਕਦਾ ਹੈ। ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਪਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਤਿੰਨ ਗੁਣ ਜਿਹੜੇ ਹੈਗੇ ਤਮੋ ਰਜੋ ਸਤੋ, ਇਹਨਾਂ ਤੋਂ ਭਿੰਨ ਹੈਗਾ ਪਾਏ। ਇਹ ਸਾਰੇ ਜਿਹੜੇ ਹੈਗੇ ਆਕਾਰ ਦੇ ਵਿੱਚ ਹੈਗੇ ਆ। ਹੁਣ ਇਹ ਸ਼ਲੋਕ ਜਿਹੜਾ ਹੈਗਾ ਇਹ ਪੂਰੀ ਅਸ਼ਟਪਦੀ ਦੇ ਵਿੱਚ ਇਸੇ ਸ਼ਲੋਕ ਨੂੰ ਮਹਾਰਾਜ ਜਿਹੜੇ ਖੋਲਣਗੇ। ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖ, ਕਹਿੰਦੇ ਉਹ ਅਬਨਾਸੀ ਹੈਗਾ, ਹਮੇਸ਼ਾ ਰਹਿਣ ਵਾਲਾ ਹੈ ਪਾਏ। ਉਸ ਮਾਲਕ ਨੂੰ ਮਨ ਦੇ ਵਿੱਚ ਰੱਖਣਾ ਹੈ, ਉਹਦੀ ਭਗਤੀ ਕਰਨੀ ਹੈ, ਮਨ ਦੇ ਨਾਲ ਭਗਤੀ ਕਰਨੀ ਹੈ। ਇੱਕ ਗੱਲ ਹੋਰ ਯਾਦ ਰੱਖ ਲਾ, ਅਬਨਾਸੀ ਪ੍ਰਭ ਮਨ ਮੈਂ ਰਾਖ, ਮਾਨੁਕ ਕੀ ਤੂੰ ਪ੍ਰੀਤ ਤਿਆਗ। ਦੇਖੋ ਕੀ ਕਹਿ ਰਹੇ ਆ, ਮਾਨੁਕ ਕੀ ਤੂੰ ਪ੍ਰੀਤ ਤਿਆਗ, ਇਨਸਾਨ ਦੀ ਪ੍ਰੀਤ ਤਿਆਗ ਦੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਤਿੰਨ ਗੁਣਾਂ ਤੋਂ ਜਿਹੜਾ ਪਰੇ ਹੈਗਾ, ਉਹਦੀ ਭਗਤੀ ਕਰਨੀ ਹੈ। ਅਬਨਾਸੀ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਅਬਨਾਸੀ ਪ੍ਰਭ ਮਨ ਮੇ ਰਾਖ, ਮਾਨੁਕ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੇ ਨਾਹੀ ਕਿਛ ਕੋਏ, ਉਸ ਤੋਂ ਪਰੇ ਕੁਛ ਨਹੀਂ ਹੈਗਾ। ਸਾਰਾ ਜੋ ਕੁਛ ਵੀ ਆਕਾਰ ਦਿਸ ਰਿਹਾ ਹੈ ਇਹ ਮਾਲਕ ਪਰਮਾਤਮਾ ਦਾ ਬਣਾਇਆ। ਜਿੰਨੇ ਵੀ ਜੀਵ ਦਿਸ ਰਹੇ ਹੈ ਸਾਰੇ ਉਸੇ ਮਾਲਕ ਪਰਮਾਤਮਾ ਨੇ ਬਣਾਏ। ਤਿਸ ਤੇ ਪਰੇ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਕਹਿੰਦੇ ਸਾਰਿਆਂ ਦੇ ਅੰਤਰ, ਸਾਰਿਆਂ ਦੇ ਨਿਰੰਤਰ, ਲਗਾਤਾਰ, ਸਰਬ ਨਿਰੰਤਰ, ਸਾਰਿਆਂ ਦੇ ਵਿੱਚ ਹਮੇਸ਼ਾ ਹੀ ਉਹੀ ਮਾਲਕ ਪਰਮਾਤਮਾ ਹੈਗਾ। ਉਸੇ ਦੀ ਜਿਹੜੀ ਹੈਗੀ ਹੈ ਖੇਡ ਹੈਗੀ ਆ। ਆਪੇ ਬੀਨਾ ਆਪੇ ਦਾਨਾ, ਆਪ ਮਾਲਕ ਪਰਮਾਤਮਾ ਬੀਨਾ ਕਹਿੰਦੇ ਹਰ ਚੀਜ਼ ਨੂੰ ਦੇਖਣ ਵਾਲਾ, ਔਰ ਦਾਨਾ ਕਹਿੰਦੇ ਆ ਸਭ ਤੋਂ ਜ਼ਿਆਦਾ ਬੁੱਧੀਮਾਨ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਉਹ ਮਾਲਕ ਪਰਮਾਤਮਾ ਅਥਾਹ ਹੈਗਾ ਪਾਏ, ਗਹਿਰਾ ਹੈਗਾ, ਅਥਾਹ ਹੈਗਾ, ਗਹੀਰ ਬਹੁਤ ਹੀ ਜਿਹੜਾ ਹੈਗਾ ਉਹਦਾ ਬੇਅੰਤ ਹੈਗਾ। ਉਹ ਮਾਲਕ ਪਰਮਾਤਮਾ ਕਹਿੰਦੇ ਨਾ, ਕਹਿੰਦੇ ਬਹੁਤ ਹੀ ਗਹਿਰੀ ਧੁੰਦ ਛਾ ਗਈ ਹੈ, ਗਹਿਰੀ ਸੰਘਣੀ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਪਤਾ ਨਹੀਂ, ਥਾਂ ਨਹੀਂ ਪਾਇਆ ਜਾ ਸਕਦਾ, ਉਹਦੇ ਵਿੱਚ ਮਰਜ ਹੋਇਆ ਜਾ ਸਕਦਾ ਹੈ ਭਾਈ। ਸੁਜਾਨਾ ਕਹਿੰਦੇ ਆ ਸਭ ਕੁਝ ਜਾਣਨ ਵਾਲਾ। ਪਾਰ ਬ੍ਰਹਮ, ਉਹ ਇਸ ਬ੍ਰਹਮ ਤੋਂ ਪਰੇ ਹੈ। ਪਾਰ ਬ੍ਰਹਮ ਪਰਮੇਸ਼ਵਰ ਹੈ। ਗੋਬਿੰਦ ਜਿਹੜਾ ਹੈਗਾ ਇਹ ਸਾਰੀ ਖੇਡ ਨੂੰ, ਸੰਸਾਰ ਨੂੰ, ਇਹ ਧਰਤੀ ਨੂੰ, ਇਹਦਾ ਮਾਲਕ। ਕਿਰਪਾ ਨਿਦਾਨ ਦਿਆਲ ਬਖਸ਼ਿੰਦ, ਉਹ ਕਿਰਪਾ ਦਾ ਖਜ਼ਾਨਾ ਹੈ, ਦਿਆਲ ਹੈਗਾ ਔਰ ਬਖਸ਼ਿਸ਼ ਕਰਨ ਵਾਲਾ ਹੈ ਮਾਲਕ ਪਰਮਾਤਮਾ। ਉਹ ਅਵਗੁਣ ਨਹੀਂ ਚਿਤਾਰਦਾ। ਸਾਧ ਤੇਰੇ ਕੀ ਚਰਣੀ ਪਾਉ, ਮਾਲਕਾ ਮੇਰ ਕਰ ਮੈਨੂੰ ਤੇਰੇ ਸਾਧੂ ਜਿਹੜੇ ਹੈਗੇ ਆ, ਤੇਰੀ ਸਾਧਨਾ ਕਰਨ ਵਾਲੇ ਜਿਹੜੇ ਹੈਗੇ ਆ, ਤੇਰੇ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦੀ ਸੰਗਤ ਦੇ। ਨਾਨਕ ਕੇ ਮਨੇ ਇਹੋ ਅਨੁਰਾਓ, ਮੇਰੇ ਮਨ ਦੇ ਵਿੱਚ ਆਹੀ ਇੱਛਾ ਹੈਗੀ ਆ, ਮੇਰੇ ਮਨ ਦੇ ਵਿੱਚ ਆਹੀ ਤਾਂਘ ਹੈਗੀ ਆ ਕਿ ਮੈਨੂੰ ਜਿਹੜਾ ਭਗਤੀ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਦੀ ਸੰਗਤ ਬਖਸ਼। ਮਨਸਾ ਪੂਰਨ ਸਰਨਾ ਜੋਗ, ਮਾਲਕ ਮਨ ਦੀ ਸਾਰੀ ਜਿਹੜੀ ਵੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਔਰ ਜਿਹੜਾ ਵੀ ਸ਼ਰਨ 'ਚ ਆਏ ਉਹਦੀ ਰਕਸ਼ਾ ਕਰਨ ਵਾਲਾ ਹੈ। ਸ਼ਰਨਾ ਜੋਗ, ਸਰਨਾ ਜੋਗ, ਮਨਸਾ ਪੂਰਨ ਸਰਨਾ ਜੋਗ। ਜੋ ਕਰ ਪਾਇਆ ਸੋਈ ਹੋਗ, ਜੋ ਮਾਲਕ ਨੇ ਕਰਨਾ ਹੈਗਾ ਕਰਕੇ ਪਾਤਾ ਉਹੀ ਹੋਣਾ ਹੈ। ਜੋ ਮਾਲਕ ਚਾਹੁੰਦਾ ਹੈ ਉਹੀ ਹੋਏਗਾ। ਹਰਨ ਭਰਨ ਜਾਂ ਕਾ ਨੇਤਰ ਫੋਰ, ਕਿਸੇ ਚੀਜ਼ ਨੂੰ ਖਤਮ ਕਰਨਾ ਤੇ ਕਿਸੇ ਨੂੰ ਖਾਲੀ ਕਰਨਾ ਤੇ ਕਿਸੇ ਨੂੰ ਭਰਨਾ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਇੱਕ ਅੱਖ ਝਮਕਣ ਜਿੰਨਾ ਵੀ ਸਮਾਂ ਨਹੀਂ ਲੱਗਦਾ ਉਹਨੂੰ। ਕੋਈ ਚੀਜ਼ ਨੂੰ ਖਾਲੀ ਕਰਨਾ ਤੇ ਕੋਈ ਚੀਜ਼ ਨੂੰ ਭਰਨ ਨੂੰ। ਹਰਨ ਭਰਨ ਜਾਕਾ ਨੇਤਰ ਫੋਰ, ਕਹਿੰਦੇ ਨੇਤਰ ਜਿਹੜੇ ਹੈਗੇ ਨਾ ਉਹਦੀ ਇੱਕ ਵਾਰੀ ਜਿਹੜਾ ਹੈਗਾ ਝਿਮਕਣ ਕਰਦਾ ਹੈ, ਉਨੀ ਦੇਰ 'ਚੋਂ ਕਰ ਦਿੰਦਾ ਹੈ। ਤਿਸ ਕਾ ਮੰਤਰ ਨਾ ਜਾਣੇ ਹੋਰ, ਉਹਦੇ ਅੰਦਰ ਕੀ ਹੈਗਾ ਮਾਲਕ ਪਰਮਾਤਮਾ ਦੇ ਕੋਈ ਹੋਰ ਨਹੀਂ ਜਾਣ ਸਕਦਾ। ਆਨੰਦ ਰੂਪ ਮੰਗਲ ਸਦ ਜਾ ਕੇ, ਉਹ ਹਮੇਸ਼ਾ ਖੁਸ਼ੀ 'ਚ ਰਹਿੰਦਾ ਹੈ।
ਉਹਦੇ ਹਮੇਸ਼ਾ ਮੰਗਲ ਹੁੰਦਾ ਹੈ। ਹਮੇਸ਼ਾ ਸਰਬ ਥੋਕ ਸੁਣੀਏ ਕਰ ਤਾਕੇ, ਉਹਦੇ ਘਰ 'ਚ ਸਾਰਾ ਥੋਕ ਦੇ ਵਿੱਚ ਹੈਗਾ ਭਾਈ, ਸਾਰਾ ਕੁਛ ਹਮੇਸ਼ਾ, ਕਦੀ ਕਮੀ ਨਹੀਂ ਆਉਂਦੀ। ਰਾਜ ਮੈਂ ਰਾਜ, ਜੋਗ ਮੈਂ ਜੋਗੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਰਾਜਿਆਂ ਦਾ ਰਾਜਾ ਹੈਗਾ, ਜੋਗੀਆਂ ਦਾ ਜੋਗੀ ਹੈਗਾ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਤਪੀਆਂ ਦਾ ਈਸ਼ਵਰ ਹੈਗਾ, ਤਪੀਆਂ ਤੋਂ ਸਭ ਤੋਂ ਸ੍ਰੇਸ਼ਟ ਹੈਗਾ। ਗ੍ਰਸਤੀਆਂ ਦੇ ਵਿੱਚ ਸਾਰਿਆਂ ਤੋਂ ਉੱਪਰ ਹੈਗਾ ਭਾਈ, ਸਾਰੀ ਗ੍ਰਸਤੀ ਉਹਦੇ 'ਚ ਹੈ, ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈਗਾ। ਗ੍ਰਸਤ ਮੈਂ ਭੋਗੀ, ਸਾਰੇ ਪਦਾਰਥ ਭੋਗਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਧਿਆਏ ਧਿਆਏ ਭਗਤੈ ਸੁਖ ਪਾਇਆ, ਕਹਿੰਦੇ ਉਹਦਾ ਧਿਆਨ ਕਰ ਕਰਕੇ, ਉਹਦਾ ਧਿਆਨ ਸਿਮਰਨ ਕਰ ਕਰਕੇ ਭਗਤ ਜਿਹੜੇ ਹੈਗੇ ਸੁਖ ਪਾਉਂਦੇ ਆ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਭਗਤ ਸੁਖ ਜ਼ਰੂਰ ਪਾਉਂਦੇ ਆ, ਉਹਦੇ ਵਿੱਚ ਮਰਜ ਹੋ ਜਾਂਦੇ ਆ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਕਿਸੇ ਨੇ ਵੀ ਉਹਦਾ ਅੰਤ ਨਹੀਂ ਪਾਇਆ। ਜਾਂ ਕਿ ਲੀਲਾ ਕੀ ਮਿਤ ਨਾ ਹੈ, ਉਸ ਮਾਲਕ ਪਰਮਾਤਮਾ ਦੀ ਜਿਹੜੀ ਲੀਲਾ ਹੈਗੀ, ਜਿਹੜੀ ਰਚਨਾ ਹੈਗੀ, ਜਿਹੜੀ ਸ੍ਰਿਸ਼ਟੀ ਹੈਗੀ, ਜਿਹੜੀ ਪ੍ਰਕਿਰਤੀ ਹੈਗੀ, ਕਹਿੰਦੇ ਇਹਦਾ ਵੀ ਮਿਤੀ ਕੋਈ ਨਹੀਂ ਹੈ, ਇਹਦਾ ਵੀ ਐਂਡ ਨਹੀਂ ਹੈਗਾ। ਜਾਂ ਕਿ ਲੀਲਾ ਕੀ ਮਿਤ ਨਾ ਹੈ, ਦੇਖੋ ਕਿੰਨਾ ਕੁ ਵੱਡਾ ਹੋਏਗਾ ਉਹ ਮਾਲਕ ਪਰਮਾਤਮਾ। ਸਗਲ ਦੇਵ ਹਾਰੇ ਅਵਗਾਹੇ, ਸਾਰੇ ਦੇਵ ਜਿਹੜੇ ਹੈਗੇ, ਦੇਵਤੇ ਵੀ ਹਾਰ ਗਏ ਉਹ ਲੱਭ ਕੇ। ਪਿਤਾ ਦਾ ਜਨਮ ਕੇ ਜਾਣੇ ਪੂਤ, ਕਹਿੰਦੇ ਪਿਤਾ ਦਾ ਜਨਮ ਪੁੱਤਰ ਕਿਵੇਂ ਜਾਣ ਸਕਦਾ ਹੈ ਭਾਈ? ਕਰਤੇ ਨੂੰ ਕਿਰਤ ਕਿਵੇਂ ਜਾਣ ਸਕਦੀ ਹੈ? ਸਗਲ ਪਰੋਹੀ ਆਪਣੇ ਸੂਤ, ਉਹ ਮਾਲਕ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਆਪਣੇ ਧਾਗੇ ਦੇ ਵਿੱਚ, ਸੂਤ ਦੇ ਵਿੱਚ ਪਰੋਈ ਹੋਈ ਹੈ। ਉਹ ਮਾਲਕ ਪਰਮਾਤਮਾ ਦੀ ਪ੍ਰਾਣ ਸ਼ਕਤੀ ਦੇ ਨਾਲ ਸਾਰੀ ਖੇਡ ਚੱਲ ਰਹੀ ਹੈ, ਸਾਰੀ ਦੁਨੀਆ ਚੱਲ ਰਹੀ ਹੈ ਭਾਈ। ਸੁਮਤ ਗਿਆਨ ਧਿਆਨ ਜਿਨ੍ਹਾਂ ਨੂੰ ਇਹ ਚੰਗੀ ਮੱਤ ਦੇ ਦਿੰਦਾ ਹੈ ਮਾਲਕ, ਉਹਨਾਂ ਨੂੰ ਗਿਆਨ ਦੇਗਾ, ਫਿਰ ਉਹ ਧਿਆਨ ਸਿਮਰਨ ਦੇਗਾ ਉਹਨਾਂ ਨੂੰ, ਉਹੀ ਧਿਆਨ ਸਿਮਰਨ ਕਰ ਸਕਦੇ ਆ ਭਾਈ। ਵਿਵੇਕ ਮੱਤ ਦਿੰਦਾ ਹੈ ਤੇ ਗਿਆਨ ਵਿਚਾਰਦੇ ਆ, ਧਿਆਨ ਕਰਦੇ ਆ। ਜਿਨ੍ਹਾਂ ਨੂੰ ਦਿੰਦਾ ਹੈ ਇਹ ਮਾਲਕ ਦੀ ਦਾਤ ਹੈਗੀ ਆ। ਸੁਮਤ ਚੰਗੀ ਮੱਤ, ਵਿਵੇਕ ਬੁੱਧੀ ਗੁਰੂ ਦੀ ਮੱਤ, ਗੁਰਮਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇਂ ਸੇ। ਉਹ ਦਾਸ ਭਾਈ ਦਾਸਤ ਭਾਵ ਦੇ ਨਾਲ ਨਾਮ ਨੂੰ ਧਿਆਉਣਾ ਕਰਦੇ, ਉਹ ਨਾਮ ਦੇ ਵੱਲ ਲੱਗਦੇ ਆ। ਉਹ ਨਾਮ ਜਿਹੜਾ ਗੁਪਤ ਹੈਗਾ ਉਹਨੂੰ ਪ੍ਰਗਟ ਕਰਨ ਦੇ ਵਾਸਤੇ। ਤੈ ਗੁਣ ਮੈਂ ਜਾ ਕੋ ਪਰਮਾਏ, ਬਾਕੀ ਜਿਹੜੇ 3 ਗੁਣਾਂ ਦੇ ਵਿੱਚ, ਤਮੋ ਰਜੋ ਸਤੋ ਦੇ ਵਿੱਚ ਜਿਹਨੂੰ ਸਾਰੀ ਸ੍ਰਿਸ਼ਟੀ ਦੇਖ ਲਓ ਭੌਂ ਰਹੀ ਆ, ਜਿਨ੍ਹਾਂ ਨੂੰ ਭਰਮਾਉਂਦਾ ਹੈ, ਉਹ ਕੀ ਕਰਦੇ ਆ? ਫਿਰ ਕੀ ਹੁੰਦਾ ਉਹਨਾਂ ਦਾ? ਆਪਣਾ ਕੀ ਹੋਏਗਾ ਜੇ ਆਪਾਂ 3 ਗੁਣਾਂ ਦੇ ਵਿੱਚ ਹੀ ਭਰਮ ਦੇ ਵਿੱਚ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਜੀਵਨ ਯਾਪਨ ਕਰਕੇ ਚਲੇ ਜਾਵਾਂਗੇ? ਜਨਮੇ ਮਾਰਾ ਫਿਰ ਆਵੇ ਜਾਏ, ਕੁਛ ਨਹੀਂ ਹੋਏਗਾ, ਆਹੀ ਹੋਏਗਾ ਬਸ। ਜਨਮੇ ਮਾਰਾ ਫਿਰ ਆਵੇ ਜਾਏ, ਬਸ ਆਉਂਦਾ ਜਾਂਦੇ ਆਪਾਂ ਰਵਾਂਗੇ ਭਾਈ, ਜਨਮ ਦੇ ਮਰਦੇ ਰਵਾਂਗੇ। ਊਚ ਨੀਚ ਤਿਸ ਕੇ ਅਸਥਾਨ, ਕਹਿੰਦੇ ਉੱਚਾ ਨੀਵਾਂ ਸਾਰੇ ਮਾਲਕ ਪਰਮਾਤਮਾ ਦੇ ਸਥਾਨ ਹੈਗੇ। ਸਾਰਿਆਂ ਦੇ ਵਿੱਚ, ਉੱਚੇ ਦੇ ਵਿੱਚ, ਨੀਵੇਂ ਦੇ ਵਿੱਚ, ਹਰੇਕ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਜਾਨ। ਜਿਹੇ ਜਿਹਾ ਮਾਲਕ ਜਨਾ ਦਿੰਦਾ ਹੈ ਭਾਈ, ਜਿਹੀ ਜੀ ਬੁੱਧੀ ਬਖਸ਼ਦਾ ਹੈ। ਜੋ ਕੁਛ ਅੰਦਰ ਉਹਨੇ ਸੁਰਤ ਮਤ ਮਨ ਬੁੱਧ ਪਾਇਆ ਹੋਇਆ ਹੈ, ਉਹੇ ਜਿਹਾ ਹੀ ਨਿਕਲਣਾ ਹੈ ਹਰੇਕ ਦੇ ਵਿੱਚੋਂ। ਉਹੇ ਜਿਹਾ ਜੈਸਾ ਜਨਾਵੇ, ਜਿਹੇ ਜਿਹਾ ਜਣਾਉਂਦਾ ਹੈ, ਉਹੇ ਜਿਹਾ ਇਨਸਾਨ ਜਿਹੜਾ ਹੈਗਾ ਉਹਦੀ ਮੱਤ ਹੋ ਜਾਂਦੀ ਹੈ। ਉਹਦੀ ਸੁਰਤ ਮਤ ਮਨ ਬੁੱਧ ਜਿਹੀ ਜੀ ਹੈਗੀ, ਉਹੇ ਜਿਹੇ ਉਹਦੇ ਅੰਦਰ ਉਹ ਜਾਣਕਾਰੀ ਹੋ ਜਾਂਦੀ ਹੈ। ਨਾਨਾ ਰੂਪ ਨਾਨਾ ਜਾਖੇ ਰੰਗ, ਕਹਿੰਦੇ ਉਹਦੇ ਤਾਂ ਰੂਪ ਹੀ ਅਨੇਕਾਂ ਹੀ ਰੂਪ ਹੈ, ਅਨੇਕਾਂ ਹੀ ਰੰਗ ਹੈ ਉਹ ਮਾਲਕ ਪਰਮਾਤਮਾ ਦੇ। ਨਾਨਾ ਭੇਖ, ਕਿੰਨੇ ਭੇਖ ਹੈ ਦੇਖੋ ਦੁਨੀਆ ਦੇ ਵਿੱਚ, ਕਿਸ ਤਰ੍ਹਾਂ 84 ਲੱਖ ਜੂਨਾ ਹੈ, ਕਿੰਨੀ ਰਚਨਾ ਹੈ ਉਸ ਮਾਲਕ ਪਰਮਾਤਮਾ ਦੀ। ਨਾਨਾ ਭੇਖ ਕਰੇ ਇੱਕ ਰੰਗ, ਔਰ ਇੱਕ ਰੰਗ ਦੇ ਵਿੱਚ ਇਹ ਮਾਲਕ ਪਰਮਾਤਮਾ ਇੱਕ ਹੈਗਾ ਭਾਈ। ਨਾਨਾ ਭੇਖ ਦੇਖੋ ਕਿਵੇਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਮਾਲਕ ਪਰਮਾਤਮਾ ਵਰਤ ਰਿਹਾ। ਨਾਨਾ ਵਿਧ ਕੀਨੋ ਵਿਸਥਾਰ, ਅਸੀਂ ਨਾ 284 ਅੰਗ ਤੇ ਹੈਗੇ ਆ ਭਾਈ, ਨਵੇਂ ਆਏ ਜਿਹੜੇ
16ਵੀਂ ਅਸ਼ਟਪਦੀ ਲੈ ਰਹੇ ਹਾਂ। 16ਵੀਂ ਅਸ਼ਟਪਦੀ ਦਾ ਚੌਥਾ ਪਦਾ ਲੈ ਰਹੇ ਹਾਂ। ਨਾਨਾ ਪਦ ਨਾਨਾ ਰੂਪ ਨਾਨਾ ਜਾ ਕੇ ਰੰਗ। ਅਨੇਕਾਂ ਹੀ ਰੂਪ ਹੈ ਮਾਲਕ ਪਰਮਾਤਮਾ ਦੇ, ਅਨੇਕਾਂ ਹੀ ਰੰਗ ਹੈਗੇ। ਰੰਗ ਬਿਰੰਗੀ ਦੁਨੀਆ ਸ੍ਰਿਸ਼ਟੀ ਬਣਾਈ ਹੈ ਮਾਲਕ ਪਰਮਾਤਮਾ ਨੇ। ਨਾਨਾ ਭੇਖ ਕਰੇ ਇੱਕ ਰੰਗ, ਉਹੀ ਮਾਲਕ ਪਰਮਾਤਮਾ ਸਾਰੇ ਭੇਖ ਆ। ਇੱਕ ਰੰਗ ਆ ਮਾਲਕ ਪਰਮਾਤਮਾ, ਇੱਕ ਇਕੱਲਾ। ਦੇਖ ਲਓ ਸਾਰਾ ਕਿਸ ਤਰ੍ਹਾਂ ਜਿਹੜਾ ਹੈਗੇ ਭਿੰਨ ਭਿੰਨ ਦੀ ਦੁਨੀਆ ਖੇਡ ਰਿਹਾ, ਆਪ ਹੀ ਹੈਗਾ। ਨਾਨਾ ਵਿਧ ਕੀਨੋ ਵਿਸਥਾਰ, ਕਹਿੰਦੇ ਅਨੇਕਾਂ ਤਰੀਕੇ ਦੇ ਨਾਲ ਵਿਧੀ ਦੇ ਨਾਲ ਇੰਨਾ ਵੱਡਾ ਖਿਲਾਰਾ ਕੀਤਾ ਮਾਲਕ ਨੇ। ਪ੍ਰਭ ਅਬਨਾਸੀ ਏਕ ਓਂਕਾਰ, ਔਰ ਜਦ ਸਮੇਟਦਾ ਤੇ ਇੱਕ ਹੋ ਜਾਂਦਾ ਉਹ। ਇੱਕੋ ਹੀ ਹੈਗਾ ਭਾਈ, ਅਬਨਾਸੀ ਹੈਗਾ ਔਰ ਇੱਕ ਹੈਗਾ ਉਹ, ਏਕ ਓਂਕਾਰ ਹੈਗਾ ਭਾਈ। ਨਾਨਾ ਚਲਿਤ ਕਰੇ ਖਿਨ ਮਾਏ, ਖਿਨ ਦੇ ਵਿੱਚ ਕਹਿੰਦੇ ਸਾਰੇ ਤਮਾਸ਼ੇ ਰਚ ਦਿੰਦਾ ਨਾਨਾ ਪ੍ਰਕਾਰ ਦੇ। ਪੂਰ ਰਿਓ ਪੂਰਨ ਸਭ ਠਾਏ, ਔਰ ਪੂਰੀ ਤਰ੍ਹਾਂ ਹਰ ਜਗ੍ਹਾ 'ਤੇ ਉਹ ਮਾਲਕ ਪਰਮਾਤਮਾ ਰਮਿਆ ਹੋਇਆ ਹੈ। ਨਾਨਾ ਵਿਧ ਕਰ ਬੰਤ ਬਣਾਈ, ਅਨੇਕਾਂ ਤਰੀਕੇ ਦੇ ਨਾਲ ਆ ਬਣਤ ਜਿਹੜੀ ਸ੍ਰਿਸ਼ਟੀ ਜਿਹੜੀ ਬਣਾਈ ਮਾਲਕ ਨੇ, ਆਪਣੀ ਕੀਮਤ ਆਪੇ ਪਾਈ। ਮਾਲਕ ਦੀ ਕੀਮਤ ਮਾਲਕ ਜਾਣਦਾ ਹੈ ਭਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਕਹਿੰਦੇ ਹਰੇਕ ਘਟ ਉਸ ਮਾਲਕ ਪਰਮਾਤਮਾ ਦਾ ਰਹਿਣ ਦਾ ਹੈਗਾ ਭਾਈ। ਹਰੇਕ ਦੇ ਵਿੱਚ ਆ, ਹਰੇਕ ਇਨਸਾਨ ਦੇ, ਹਰੇਕ ਇਨਸਾਨ ਕੀ ਹਰੇਕ ਦੇ ਜੀਵ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ ਭਾਈ। ਸਾਰਿਆਂ ਦੇ ਵਿੱਚ, ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੈ। ਸਾਰਿਆਂ ਦੇ ਵਿੱਚ ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਕਹਿੰਦੇ ਬਸ ਜੇ ਮਾਲਕਾ ਤੇਰੀ ਮਿਹਰ ਹੋਏ ਤੇ ਜਪ ਜਪ ਕੇ ਨਾਮ ਜਿਹੜਾ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਆਤਮਿਕ ਰੂਪ 'ਚ ਜਿਉਂਦੇ ਹੋ ਜਾਂਦੇ ਜਿਨ੍ਹਾਂ 'ਤੇ ਤੇਰੀ ਮਿਹਰ ਹੁੰਦੀ। ਮੈਂ ਵੀ ਜਿਹੜਾ ਹੈਗਾ ਇਹੀ ਕਰ ਰਿਹਾ ਹਾਂ। ਨਾਮ ਕੇ ਧਾਰੇ ਸਗਲੇ ਜੰਤ, ਹੁਣ ਇਹ ਨਾਮ ਕੇ ਧਾਰੇ ਸਗਲੇ ਜੰਤ, ਨਾਮ ਦੇ ਨਾਲ ਉਹਨੇ ਮਾਲਕ ਨੇ ਸਾਰੇ ਜੰਤ ਧਾਰ ਦਿੱਤੇ। ਨਾਮ ਕੇ ਧਾਰੇ ਖੰਡ ਬ੍ਰਹਮੰਡ ਨਹੀਂ ਪਾਏ, ਨਾਮ ਕੇ ਧਾਰੇ ਸਗਲੇ ਜੰਤ। ਕਹਿੰਦੇ ਸਾਰੀ ਦੀ ਸਾਰੇ ਜੰਤ ਜਿੰਨੇ ਵੀ ਜੀਵ ਹੈਗੇ 84 ਲੱਖ ਜੂਨਾਂ ਹੈਗੀਆਂ ਮਾਲਕ ਨੇ ਬਣਾਈਆਂ ਹੈਗੀਆਂ, ਇਹ ਨਾਮ ਦੇ ਵਾਸਤੇ ਬਣਾਈਆਂ, ਨਾਮ ਦੇ ਵਾਸਤੇ ਬਣਾਈਆਂ ਹੈ। ਇਹ ਖੇਡ ਮਾਲਕ ਨੇ ਕੀਤੀ ਹੈ, ਨਾਮ ਦੇ ਵਾਸਤੇ ਕੀਤੀ ਹੈ। ਨਾਮ ਗੁਪਤ ਰੱਖਿਆ ਹੈ, ਨਾਮ ਨੂੰ ਪ੍ਰਗਟ ਕਰਨਾ ਹੈ ਔਰ ਖੇਡ 'ਚੋਂ ਬਾਹਰ ਹੋਣਾ ਹੈ। ਇਸ ਦੇ ਵਾਸਤੇ ਸਾਰੀ ਸ੍ਰਿਸ਼ਟੀ ਬਣਾਈ ਹੈ ਮਾਲਕ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਇੰਨੇ ਖੰਡ ਬ੍ਰਹਮੰਡ ਜਿਹੜਾ ਹੈਗਾ ਦੇਖ ਲਓ ਕਿੰਨੇ ਤਾਰੇ ਹੈਗੇ, ਕਿੰਨੇ ਪਲੈਨਟਸ ਹੈਗੇ ਸਾਰੇ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਇਹ ਸਿਮਰਤੀਆਂ ਵੇਦ ਪੁਰਾਣ ਗਿਆਨ ਜਿਹੜਾ ਹੈਗਾ ਇਹ ਵੀ ਨਾਮ ਦੇ ਵਾਸਤੇ ਹੀ ਜਾਣਕਾਰੀ ਦੇਣ ਵਾਸਤੇ ਹੈਗਾ ਭਾਈ। ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਦੇ ਵਾਸਤੇ ਹੀ, ਨਾਮ ਨੂੰ ਸੁਣਨ ਦੇ ਵਾਸਤੇ ਹੀ ਗਿਆਨ ਹੈ ਔਰ ਧਿਆਨ ਕਰਨ ਦੇ ਵਾਸਤੇ, ਨਾਮ ਤੱਕ ਪਹੁੰਚਣ ਦੇ ਵਾਸਤੇ ਸਾਰੀ ਦੀ ਸਾਰੀ ਖੇਡ ਹੈਗੀ ਹੈ। ਨਾਮ ਕੇ ਧਾਰੇ ਆਕਾਸ਼ ਪਤਾਲ, ਇਹ ਆਕਾਸ਼ ਤੇ ਪਤਾਲ, ਇਹ ਜਿਹੜੇ ਜੀਵ ਜਿਹੜੇ 42 ਲੱਖ ਜਿਹੜੇ ਪਤਾਲ 'ਚ ਕਹਿੰਦੇ ਸਾਰੇ ਦੇ ਸਾਰੇ ਨਾਮ ਦੇ ਵਾਸਤੇ ਹੈ। ਇਹ ਪਤਾਲ ਦੀ ਰਚਨਾ, ਆਕਾਸ਼ ਦੀ ਰਚਨਾ ਸਾਰੀ ਨਾਮ ਦੇ ਵਾਸਤੇ, ਸਾਰੀ ਦੀ ਸਾਰੀ। ਨਾਮ ਕੇ ਧਾਰੇ ਸਗਲ ਆਕਾਰ, ਲਓ ਆਖਰੀ ਕਹਿੰਦੇ ਨਾਮ ਦੇ ਧਾਰੇ ਸਾਰੇ ਦੇ ਸਾਰੇ ਆਕਾਰ ਜੋ ਵੀ ਹੈਗੇ ਨਾਮ ਦੇ ਵਾਸਤੇ ਹੈ। ਨਾਮ ਕੇ ਧਾਰੇ ਪੁਰੀਆਂ ਸਭ ਪਵਨ, ਸਾਰੇ ਪੁਰੀਆਂ ਔਰ ਧਰਤ ਪਤਾਲ ਆਕਾਸ਼, ਇਹ 3 ਪਵਨ ਸਾਰੇ ਮਾਲਕ ਪਰਮਾਤਮਾ ਨੇ ਨਾਮ ਦੇ ਵਾਸਤੇ ਸਾਰੀ ਖੇਡ ਕੀਤੀ। ਨਾਮ ਕੇ ਸੰਗ ਉਦਰੇ ਸੁਨ ਸਰਵਣ, ਕਹਿੰਦੇ ਨਾਮ ਦੇ ਨਾਲ ਇਹਨੂੰ ਜਿਹੜਾ ਹੈਗਾ ਸੁਣ ਕੇ ਸਰਵਣ, ਜੇ ਸੁਣ ਲਏਗਾ ਨਾਮ ਨੂੰ, ਜੇ ਨਾਮ ਨੂੰ ਧਿਆਨ ਸਿਮਰਨ ਕਰੇਗਾ ਇਨਸਾਨ ਤੇ ਉਧਰ ਜਾਏਗਾ। ਪਰ ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਕਿਰਪਾ ਮਾਲਕ ਨੇ ਕਰਨੀ ਹੈ ਪਾਏ, ਜੇ ਤੇ ਕਿਰਪਾ ਕਰਕੇ ਇਸ ਨਾਮ ਵਾਲੇ ਜਿਹੜੀ ਹੈਗੀ ਖੇਡ ਦੇ ਵਿੱਚ ਜਿਹੜਾ ਹੈਗਾ ਲਾ ਦਿੱਤਾ ਉਹਨੂੰ, ਇਹ ਨਾਮ ਨੂੰ ਲੱਭਣ ਦੇ ਵਾਸਤੇ ਲਾ ਦਿੱਤਾ, ਜਿਸ ਤੇ ਕਿਰਪਾ ਕਰ ਦਿੱਤੀ, ਜਿਹਨੂੰ ਗਿਆਨ ਦੇ ਦਿੱਤਾ, ਜਿਹੜਾ ਧਿਆਨ ਸਿਮਰਨ ਕਰਨ ਲੱਗ ਪਿਆ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਉਹ 3 ਗੁਣਾ ਤੋਂ ਉੱਪਰ ਜਿਹੜਾ ਹੈਗਾ ਇਹ ਤਮੋ ਰਜਸ ਤੋਂ
ਤੋਂ ਉੱਪਰ ਉੱਠ ਕੇ ਚੌਥੇ ਪਦ ਦੇ ਵਿੱਚ ਚਲੇ ਜਾਏਗਾ ਭਾਈ। ਚੌਥਾ ਪਦ ਨਿਰਗੁਣ ਪਦ ਹੈਗਾ, ਤ੍ਰਿਗੁਣ ਤੇ ਪ੍ਰਭਿੰਨ। ਪਹਿਲਾਂ ਜਿਹੜਾ ਹੈਗਾ ਸ਼ਲੋਕ ਜਿਹੜਾ ਦਿੱਤਾ ਸੀਗਾ ਇਹੀ ਦਿੱਤਾ ਸੀਗਾ ਭਾਈ। ਰੂਪ ਨਾ ਰੇਖ ਨਾ ਰੰਗ ਕਿਸ, ਤ੍ਰੈਗੁਣ ਤੇ ਪ੍ਰਭਿੰਨ। ਤਿਸੈ ਪੁਜਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਨਾਨਕ ਚੌਥੇ ਪਦ में सो जन गत पाए, सो जन गत पाए। ਉਹੀ ਕਿਰਪਾ ਕਰਕੇ ਜਿਸ ਨੂੰ ਇਹ ਗੱਲ ਬੁਝਾ ਦਿੰਦਾ ਹੈ ਮਾਲਕ ਪਰਮਾਤਮਾ, ਉਹ ਚੌਥੇ ਪਦ 'ਚ ਤ੍ਰਿਗੁਣ 3 ਗੁਣਾ ਤੋਂ ਉੱਪਰ ਉੱਠਦਾ ਹੈ ਭਾਈ। ਰੂਪ ਸਤ, ਸਤ ਜਾ ਕਾ ਸਥਾਨ। ਕਹਿੰਦੇ ਉਹ ਮਾਲਕ ਪਰਮਾਤਮਾ, ਉਹਦਾ ਰੂਪ ਸਤ ਹੈਗਾ ਔਰ ਸਤ ਉਹਦਾ ਸਥਾਨ ਹੈਗਾ ਮਾਲਕ ਪਰਮਾਤਮਾ ਦਾ। ਕਦੀ ਵੀ ਉਹਦਾ ਰੂਪ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਕਦੀ ਵੀ ਜਿਹੜਾ ਹੈਗਾ ਉਹ ਨਸ਼ਟ ਨਹੀਂ ਹੋਣ ਵਾਲਾ। ਉਹਦਾ ਸਥਾਨ ਹਮੇਸ਼ਾ ਰਹਿਣ ਵਾਲਾ ਹੈ। ਪੁਰਖ ਸਤ ਕੇਵਲ ਪ੍ਰਧਾਨ, ਉਹੀ ਪੁਰਖ ਹੈਗਾ, ਸਤ ਹੈਗਾ, ਹਮੇਸ਼ਾ ਰਹਿਣ ਵਾਲਾ ਔਰ ਪ੍ਰਧਾਨ ਹੈਗਾ ਸਾਰਿਆਂ ਤੋਂ। ਕਰਤੂਤ ਸਤ, ਸਤ ਜਾ ਕੀ ਬਾਣੀ। ਉਹ ਮਾਲਕ ਪਰਮਾਤਮਾ ਜੋ ਕਰ ਰਿਹਾ ਹੈ ਕਰਤੂਤ, ਮਤਲਬ ਜੋ ਮਾਲਕ ਕਰ ਰਿਹਾ ਹੈ ਉਹ ਸਤ ਹੈ। ਉਹਦੀ ਬਾਣੀ ਜਿਹੜੀ ਹੈਗੀ ਮਾਲਕ ਪਰਮਾਤਮਾ ਦੀ, ਜੋ ਬਣਾਉਣਾ ਚਾਹੁੰਦਾ ਹੈ ਮਾਲਕ ਪਰਮਾਤਮਾ, ਉਹ ਵੀ ਸਤ ਹੈ। ਸਤਪੁਰਖ ਸਭ ਮਾਏ ਸਮਾਣੀ, ਉਹ ਸਤਪੁਰਖ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਸਤ ਕਰਮ ਜਾ ਕੇ ਰਚਨਾ ਸਤ, ਉਹ ਮਾਲਕ ਪਰਮਾਤਮਾ ਦੀ ਬਖਸ਼ਿਸ਼ ਸਤ ਹੈਗੀ ਔਰ ਉਹਦੀ ਰਚਨਾ ਵੀ ਸਤ ਹੈ। ਇਸੇ ਵਾਸਤੇ ਉਹਨੇ ਰਚਨਾ ਕੀਤੀ ਹੈ। ਮੂਲ ਸਤ, ਸਤ ਉਤਪਤ, ਉਹ ਮਾਲਕ ਪਰਮਾਤਮਾ ਮੂਲ ਹੈਗਾ ਔਰ ਇਹ ਉਤਪਤੀ ਉਸੇ ਮੂਲ ਤੋਂ ਹੈਗੀ। ਇਹ ਉਸ ਮਾਲਕ ਪਰਮਾਤਮਾ ਦੀ ਉਤਪਤੀ ਵੀ ਸਤ ਹੈ, ਕਿਉਂਕਿ ਇਹ ਸਤ ਦੇ ਨਾਲ ਜਿਹੜੇ ਹੈ, ਸਤ ਨੂੰ ਲੁਭਾਉਣ ਦੇ ਵਾਸਤੇ ਜਿਹੜੀ ਹੈਗੀ, ਨਾਮ ਨੂੰ ਲੁਭਾਉਣ ਵਾਸਤੇ, ਉਸੇ ਮਾਲਕ ਪਰਮਾਤਮਾ ਦੇ ਵਿੱਚ ਮਰਜ ਕਰਨ ਵਾਸਤੇ ਇਹ ਸਾਰੀ ਦੀ ਸਾਰੀ ਖੇਡ ਹੈਗੀ ਆ। ਸਤ ਕਰਨੀ ਨਿਰਮਲ ਨਿਰਮਲੀ, ਇਹ ਸਤ ਕਰਨੀ ਹੈ ਭਾਈ, ਨਿਰਮਲ ਤੋਂ ਨਿਰਮਲੀ ਹੈਗੀ। ਇਹਦੇ ਨਾਲ ਜਿਹੜਾ ਹੈਗਾ, ਜਿਹੜੀ ਗਿਆਨ ਦੇ ਕੇ ਧਿਆਨ ਔਰ ਨਾਮ ਦੇ ਵੱਲ ਜਿਹੜਾ ਲਾ ਦੇਣਾ, ਇਹ ਕਰਨੀ ਸਤ ਹੈਗੀ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਪਰ ਜਿਸ ਨੂੰ ਬੁਝਾ ਦਿੰਦਾ ਹੈ ਭਾਈ, ਉਸੇ ਨੂੰ ਭਲੀ ਹੈ ਸਾਰਾ। ਪਰ ਜਿਸ ਨੂੰ ਬੁਝਾਏ ਮਾਲਕ ਪਰਮਾਤਮਾ, ਜਿਸ ਨੂੰ ਬੁਝਾਏਗਾ ਕੀ ਕਰੇਗਾ? ਸਤਨਾਮ ਪ੍ਰਭ ਕਾ ਸੁਖਦਾਈ, ਉਹਨੂੰ ਨਾਮ ਵਾਲੇ ਪਾਸੇ ਲਾ ਦੂਗਾ ਭਾਈ, ਜਿਹੜਾ ਸੱਤ ਹੈਗਾ, ਜਿਹਦੇ ਨਾਲ ਗਤੀ ਰੁਕਣੀ ਹੈ, ਜਿਹਦੇ ਨਾਲ ਉਹ ਮਾਲਕ ਪਰਮਾਤਮਾ ਦੇ ਵਿੱਚ ਜਿਹੜਾ ਹੈ ਅਬਨਾਸੀ ਦੇ ਵਿੱਚ ਅਬਨਾਸੀ ਹੋਣਾ ਹੈ। ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰ ਪਾਏ ਵਿਸ਼ਵਾਸ ਜਿਹੜਾ ਹੈਗਾ ਇਸ ਵਾਸਤੇ, ਇਸ ਕਿਰਿਆ ਦੇ ਵਾਸਤੇ ਜਿਹੜਾ ਹੈਗਾ ਇਨਸਾਨ ਦੇ ਅੰਦਰ ਵਿਸ਼ਵਾਸ ਤਾਂ ਆਏ ਪਹਿਲਾਂ, ਉਹ ਵਿਸ਼ਵਾਸ ਪੈਂਦੇ ਗੁਰੂ ਤੋਂ ਮਿਲਦਾ ਹੈ ਭਾਈ, ਨਹੀਂ ਤਾਂ ਇਨਸਾਨ ਜਿਹੜਾ ਹੈਗਾ ਇਸ ਪਾਸੇ ਲੱਗਦਾ ਹੀ ਨਹੀਂ ਹੈ। ਵਿਸ਼ਵਾਸ ਸਤ, ਉਹਨੂੰ ਮਾਇਆ ਦਾ ਹੀ ਵਿਸ਼ਵਾਸ ਰਹਿੰਦਾ ਹੈ, ਤਿਰਗੁਣੀ ਦਾ, ਤਿੰਨਾਂ ਗੁਣਾਂ ਦਾ ਜਿਹੜਾ ਆਕਾਰ ਦਾ ਹੀ ਵਿਸ਼ਵਾਸ ਰਹਿੰਦਾ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਕਹਿੰਦੇ ਬ੍ਰਹਮ ਗਿਆਨੀਆਂ ਦੇ ਸਾਧੂਆਂ ਦੇ ਉਪਦੇਸ਼ ਸਤ ਹੈਗੇ ਭਾਈ। ਜਿਹੜਾ ਉਹਨਾਂ ਤੇ ਚੱਲ ਪਊਗਾ ਉਹ ਸਤ ਤੱਕ ਪਹੁੰਚ ਜਾਏਗਾ। ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼, ਜਿਨ੍ਹਾਂ ਦੇ ਹਿਰਦੇ 'ਚ ਚਲੇ ਗਏ ਬਚਨ ਜਿਹੜੇ ਹੈਗੇ ਉਹਨਾਂ ਨੇ ਲੈ ਕੇ ਕਮਾ ਲਏ। ਆ ਬਚਨ ਹੈਗੇ ਸਾਧੂਆਂ ਦੇ, ਆ ਉਪਦੇਸ਼ ਹੈ ਜੋ ਆਪਾਂ ਲੈ ਰਹੇ ਹਾਂ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ, ਉਹ ਵੀ ਸਤ ਹੈਗੇ ਭਾਈ, ਜਿਨ੍ਹਾਂ ਦੇ ਹਿਰਦੇ 'ਚ ਚਲੇ ਗਏ ਜਾ ਕੇ ਹਿਰਦੇ ਪ੍ਰਵੇਸ਼। ਸਤ ਨਿਰਤ ਬੂਝੈ ਜੇ ਕੋਈ, ਆ ਨਿਰਤ ਜਿਹੜਾ ਹੈਗਾ ਸਤ ਦਾ ਇਹ ਖੇਡ ਸਾਰੀ ਦੀ ਸਾਰੀ ਜੇ ਕੋਈ ਬੁੱਝ ਲਏ, ਜੇ ਕੋਈ ਤੱਤ ਵਸਤੂ ਤੱਤ ਤੇ ਆ ਜਾਏ ਭਾਈ, ਇਹ ਕਿਉਂ ਹੈ, ਕਾਹਦੇ ਵਾਸਤੇ, ਔਰ ਉਸ ਪਾਸੇ ਲੱਗ ਜਾਏ ਤੇ ਕੀ ਕਰੂਗਾ ਉਹ? ਨਾਮ ਜਪਤ ਤਾਂ ਕਿ ਗਤ ਹੋਏ, ਬਸ ਲੱਗ ਜਾਏਗਾ ਨਾਮ ਨੂੰ ਪ੍ਰਗਟ ਕਰਨ ਦੇ ਵਾਸਤੇ। ਨਾਮ ਜਪਤ ਤਾਂ ਕਿ ਗਤ, ਧਿਆਨ ਸਿਮਰਨ। ਨਾਮ ਜਪਤ ਦਾ ਕੀ ਮਤਲਬ? ਧਿਆਨ ਸਿਮਰਨ। ਨਾਮ ਜਪਤ ਤਾਂ ਕਿ ਗਤ ਹੋਏ। ਆਪ ਸਤ ਕੀਆ ਸਭ ਸਤ, ਉਹ ਮਾਲਕ ਪਰਮਾਤਮਾ ਸਤ ਹੈਗਾ। ਉਸਨੇ ਸਾਰਾ ਕੁਛ ਜੋ ਰਚਨਾ ਬਣਾਈ ਹੈ ਸਾਰੀ ਦੀ ਸਾਰੀ, ਹਾਲਾਂਕਿ ਹੈ ਜਿਹੜੀ ਹੈਗੀ ਹੈ 3 ਗੁਣਾਂ ਦੇ ਵਿੱਚ ਆ। ਇਹ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਦੀ ਮ੍ਰਿਗ ਤ੍ਰਿਸ਼ਨਾ ਹੈਗੀ, ਪਰ ਹੈ ਇਹ ਸਤ ਪਾਈ, ਕਿਉਂਕਿ ਇਸੇ ਦੇ ਦੁਆਰਾ ਜਿਹੜੇ ਹੈਗੇ ਆਪਾਂ ਇਸ ਤੋਂ ਨਿਕਲ ਸਕਦੇ ਹਾਂ। ਇਹ ਖੇਡ ਮਾਲਕ ਨੇ ਬਣਾਈ ਆ। ਇਹ ਜਦ ਤੱਕ ਖੇਡ ਚੱਲੂਗੀ ਭਾਈ,
जब तक मालक चाहूगा। आप सत किया सब सत, आपे जाने अपनी मित गत। कहते अपनी मिति और गत जो उच्ची अवस्था और एक खेड़ सारी वो मालक परमात्मा जानता है भाई। क्यों कीती है, कादे वास्ते की है ਉਹਦਾ, ਉਹ ਜਾਣਦਾ है मालक। आपे जाने अपनी मित गत, जिसकी सृष्टि सो करने हार। जिंदी सृष्टि है भाई वो करने वाला ਜਿਹੜਾ मालक हैगा ਉਹਦੀ मर्जी हैगी भाई। जिसकी सृष्टि सो करने हार। ਆਵਰ ਨਾ ਬੂਝ ਕਰਤ ਵਿਚਾਰ। ਕਹਿੰਦੇ ਹੋਰ ਦੂਸਰੇ ਦੀ ਸਲਾਹ ਲੈ ਕੇ ਥੋੜੀ ਨਾ ਉਹ ਜਿਹੜਾ ਹੈਗਾ ਵਿਚਾਰ ਜਿਹੜਾ ਹੈਗਾ ਇਹ ਕਰਦਾ ਹੈ ਮਾਲਕ ਪਰਮਾਤਮਾ। ਕਿਸੇ ਨੂੰ ਕੰਸਲਟ ਨਹੀਂ ਕਰਦਾ ਮਾਲਕ ਪਰਮਾਤਮਾ। ਕਰਤੇ ਕੀ ਮਿੱਤ ਨਾ ਜਾਣੇ ਕੀਆ। ਕਹਿੰਦੇ ਕਰਤੇ ਦੀ ਮਿੱਤ ਜਿਹੜਾ ਹੈਗਾ ਕਿਰਤ ਕਿਵੇਂ ਜਾਣ ਸਕਦੀ ਹੈ ਉਸ ਮਾਲਕ ਪਰਮਾਤਮਾ ਦੀ ਮਿੱਤ। ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਜੋ ਮਾਲਕ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਉਹੀ ਵਰਤਦਾ ਹੈ। ਆਖਰੀ ਬੰਦ ਬਿਸਮਨ ਬਿਸਮ ਭਏ ਬਿਸਮਾਦ। ਜਿਨ੍ਹਾਂ ਨੂੰ ਪਤਾ ਲੱਗ ਗਿਆ ਖੇਡ ਦਾ, ਜਿਹੜੇ ਲੱਗ ਪਏ ਨਾਮ ਦੇ ਵਾਸਤੇ, ਜਿਹੜਾ ਧਿਆਨ ਸਿਮਰਨ ਕਰਨ ਵਾਸਤੇ। ਬਿਸਮਨ ਬਿਸਮ ਕਹਿੰਦੇ ਉਹ ਤਾਂ ਬਸ ਬਿਸਮਾਦ ਦੇ ਵਿੱਚ ਚਲੇ ਗਏ ਭਾਈ। ਉਹਨਾਂ ਨੂੰ ਤਾਂ ਖੁਸ਼ੀ ਖੇਡ ਦੇ ਵਿੱਚ ਚਲੇ ਗਏ, ਬੋਲ ਹੀ ਨਹੀਂ ਸਕਦੇ। ਕਹਿੰਦੇ ਐਸਾ ਬਿਸਮਾਦ ਆ ਗਿਆ ਉਹਨਾਂ ਦੇ ਅੰਦਰ। ਬਿਸਮਨ ਬਿਸਮ ਪਏ ਬਿਸਮਾਦ। ਜਿਹਨੇ ਬੂਝਿਆ ਤਿਸ ਆਇਆ ਸਵਾਦ। ਜਿਹਨੇ ਬੁੱਝ ਲਿਆ ਭਾਈ ਉਸੇ ਨੂੰ ਸਵਾਦ ਆਉਣਾ, ਉਸੇ ਨੂੰ ਅੰਮ੍ਰਿਤ ਰਸ ਮਿਲਣਾ ਹੈ, ਉਸੇ ਨੂੰ ਨਾਮ ਪਦਾਰਥ ਮਿਲਣਾ ਹੈ। ਬਿਸਮਨ ਬਿਸਮ ਪਏ ਬਿਸਮਾਦ। ਜਿਹਨੇ ਬੂਝਿਆ ਤਿਸ ਆਇਆ ਸਵਾਦ। ਪ੍ਰਭ ਕੈ ਰੰਗ ਰਾਚ ਜਨ ਰਹੇ। ਪਰਮਾਤਮਾ ਦੇ ਰੰਗ ਦੇ ਵਿੱਚ ਉਹ ਪਰਮਾਤਮਾ ਦੇ ਧਿਆਨ ਸਿਮਰਨ ਦੇ ਵਿੱਚ ਰਚ ਜਾਂਦੇ ਆ। ਕਿਵੇਂ ਉਹਨਾਂ ਨੂੰ ਕਿਵੇਂ ਪਤਾ ਲੱਗਿਆ? ਕਹਿੰਦੇ ਗੁਰੂ ਤੋਂ ਪਤਾ ਲੱਗਿਆ ਭਾਈ। ਗੁਰੂ ਦੇ ਬਚਨਾਂ ਤੋਂ ਇਹ ਸਵਾਦ ਮਿਲਿਆ ਆ। ਗੁਰ ਕੇ ਬਚਨੇ ਪਦਾਰਥ ਲਏ। ਉਹ ਗੁਰੂ ਦੇ ਬਚਨਾਂ ਦੇ ਨਾਲ ਜਿਹੜਾ ਹੈਗਾ ਅਸਲੀ ਤੱਤ ਵਸਤੂ ਲੈ ਲੈਂਦੇ ਆ। ਫਿਰ ਉਹ ਕੀ ਹੋ ਜਾਂਦੇ ਆ? ਉਹ ਇਹ ਦਾਤੇ ਦੁੱਖ ਕਾਟਣਹਾਰ। ਕਹਿੰਦੇ ਉਹ ਵੀ ਦਾਤੇ ਬਣ ਜਾਂਦੇ ਆ, ਉਹ ਵੀ ਗੁਰੂ ਬਣ ਜਾਂਦੇ ਆ, ਉਹ ਵੀ ਦੂਜਿਆਂ ਦੇ ਦੁੱਖ ਦੂਰ ਕਰਦੇ ਆ। ਜਾਂ ਕਿ ਸੰਗ ਤਰੇ ਸੰਸਾਰ। ਉਹਨਾਂ ਦੀ ਸੰਗਤ ਦੇ ਨਾਲ ਵੀ ਸੰਸਾਰ ਤਰ ਜਾਂਦਾ ਹੈ। ਜਨ ਕਾ ਸੇਵਕ ਸੋ ਵਡ ਭਾਗੀ। ਜਿਹੜਾ ਉਹਨਾਂ ਦਾ ਸੇਵਕ ਹੁੰਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ। ਜਨ ਕੇ ਸੰਗ ਏਕ ਲਿਵ ਲਾਗੀ। ਕਹਿੰਦੇ ਉਹਨਾਂ ਦੀ ਸੰਗਤ ਦੇ ਨਾਲ ਇੱਕ ਦੇ ਨਾਲ ਲਿਵ ਲੱਗ ਜਾਂਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ। ਗੁਰ ਪ੍ਰਸਾਦ ਨਾਨਕ ਫਲ ਪਾਵੈ। ਉਸ ਮਾਲਕ ਪਰਮਾਤਮਾ ਦੇ ਗੁਣ ਗਾਉਣੇ, ਕੀਰਤਨ ਕਰਨਾ ਜਿਹੜਾ ਹੈਗਾ ਇਹ ਧਿਆਨ ਸਿਮਰਨ ਹੈ। ਜਨ ਆਹੀ ਕੁਛ ਕਰਦਾ ਹੈ ਔਰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਨਾਲ ਉਹ ਅੰਮ੍ਰਿਤ ਫਲ ਪਾ ਲੈਂਦਾ ਹੈ। ਸ਼ਲੋਕ ਆਦ ਸੱਚ ਜੁਗਾਦ ਸੱਚ ਹੈਪੇ ਸੱਚ ਨਾਨਕ ਹੋਸੀ ਪੇ ਸੱਚ। ਇਹ ਜਿਹੜਾ ਸ਼ੁਰੂ 'ਚ ਵੀ ਲਿਖਿਆ ਹੋਇਆ ਦੇਖ ਲਓ ਆਪਣੇ ਜਦ ਜਪ ਬਾਣੀ ਆ ਉਹਦੇ ਵਿੱਚ ਹੈ ਪੀ ਸੱਚ ਲਿਖਿਆ ਹੋਇਆ। ਹੋਸੀ ਪੀ ਸੱਚ, ਇੱਥੇ ਭੇ ਹੈਗਾ। ਸ਼ਲੋਕ ਆਦ ਸੱਚ ਜੁਗਾਦ ਸੱਚ ਹੈਪੇ ਸੱਚ ਨਾਨਕ ਹੋਸੀ ਪੇ ਸੱਚ। ਕਹਿੰਦੇ ਉਹ ਮਾਲਕ ਪਰਮਾਤਮਾ ਆਦ ਤੋਂ ਸੱਚ ਹੈਗਾ ਭਾਈ, ਅਬਨਾਸੀ ਹੈਗਾ, ਆਦ ਤੋਂ ਹੈਗਾ। ਜੁਗਾਂ ਦੇ ਵੀ ਆਦ ਤੋਂ ਹੈਗਾ। ਕਾਹਦਾ ਆਦ? ਆਦ ਜਿਹੜਾ ਜੁਗਾਂ ਦਾ ਆਦ ਤੋਂ ਤੇ ਜੁਗਾਂ ਦੇ ਵੀ ਆਦ ਤੋਂ। ਹੈ ਪੇ ਸੱਚ, ਉਹ ਹੈ ਵੀ ਸੱਚ ਤੇ ਹੋਊਗਾ ਵੀ ਸੱਚ। ਹਮੇਸ਼ਾ ਰਹਿਣ ਵਾਲਾ ਹੈ, ਹਮੇਸ਼ਾ ਹੀ ਰਹੂਗਾ। ਅਸ਼ਟਪਦੀ ਚਰਨ ਸਤ ਪਰਸਨਹਾਰ। ਉਹ ਮਾਲਕ ਪਰਮਾਤਮਾ ਦੇ ਸ਼ਬਦ ਰੂਪੀ ਚਰਨ ਜਿਹੜੇ ਸੱਤ ਹੈਗੇ ਆ, ਔਰ ਸੱਤ ਉਹ ਵੀ ਹੈਗੇ ਜਿਹੜੇ ਉਹਨਾਂ ਨੂੰ ਪਰਸਦੇ ਆ। ਆਹੀ ਪੂਜਾ ਹੈਗੀ, ਧਿਆਨ ਸਿਮਰਨ, ਜਪ ਸਿਮਰਨ ਧਿਆਨ ਪੂਜਾ। ਸੱਤ ਸੇਵਦਾਰ ਜਿਹੜੇ ਆ ਪੂਜਾ ਕਰਦੇ ਆ, ਉਹ ਸੇਵਕ ਉਹ ਵੀ ਸੱਤ ਹੋ ਜਾਂਦੇ ਆ, ਅਬਨਾਸੀ ਹੋ ਜਾਂਦੇ ਆ। ਦਰਸ਼ਨ ਸੱਤ ਭੇਖਣਹਾਰ। ਮਾਲਕ ਦੇ ਦਰਸ਼ਨ ਸੱਤ ਹੈਗੇ। ਤਿੰਨ ਗੁਣਾਂ ਤੋਂ ਉੱਪਰ ਜਿਹੜੇ ਦਰਸ਼ਨ ਹੈਗੇ ਮਾਲਕ ਦੇ, ਕਹਿੰਦੇ ਸੱਤ ਉਹ ਵੀ ਹੈਗੇ ਜਿਹੜੇ ਉਹ ਦੇਖਦੇ ਆ ਦਰਸ਼ਨ, ਜਿਹੜੇ ਦਰਸ਼ਨ ਕਰ ਲੈਂਦੇ ਆ ਉਹ ਵੀ ਅਬਨਾਸੀ ਹੋ ਜਾਂਦੇ ਆ। ਨਾਮ ਸੱਤ ਧਿਆਵਣਹਾਰ। ਪਰਮੇਸ਼ਰ ਦਾ ਨਾਮ ਹਮੇਸ਼ਾ ਰਹਿਣ ਵਾਲਾ ਹੈ, ਔਰ ਸੱਤ ਉਹ ਹੈਗੇ ਜਿਹੜੇ ਨਾਮ ਨੂੰ ਪ੍ਰਗਟ ਕਰ ਲੈਂਦੇ ਆ ਧਿਆਨ ਕਰਕੇ, ਧਿਆਨ ਸਿਮਰਨ ਕਰਕੇ। ਆਪ ਸੱਤ ਸਭ ਧਾਰੀ। ਮਾਲਕ ਪਰਮਾਤਮਾ ਅਬਨਾਸੀ ਹੈਗਾ। ਉਸੇ ਨੇ ਸਾਰੀ ਦੀ ਸਾਰੀ ਖੇਡ ਜਿਹੜੀ ਹੈਗੀ ਬਣਾਈ ਆ ਔਰ ਧਾਰਨ ਕੀਤੀ ਹੈ, ਇਸ ਨੂੰ ਆਧਾਰ ਦਿੱਤਾ ਹੋਇਆ। ਆਪ ਸੱਤ ਸਭ ਧਾਰੀ। ਆਪੇ ਗੁਣਕਾਰੀ। ਉਹ ਮਾਲਕ ਪਰਮਾਤਮਾ ਆਪ ਹੀ ਗੁਣ ਹੈਗਾ ਔਰ ਆਪ ਹੀ ਗੁਣਾਂ ਦਾ
ਗੁਣਕਾਰੀ ਹੈਗਾ ਭਾਈ। ਇਹ ਗੁਣਾਂ ਨੂੰ ਦੇਣ ਵਾਲਾ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਧਾਰਨ ਕਰਨ ਵਾਲਾ ਆਪ ਹੀ ਮਾਲਕ ਪਰਮਾਤਮਾ ਹੈਗਾ। ਉਸ 'ਚੋਂ ਗੁਣ ਪੈਦਾ ਹੋਏ। ਸ਼ਬਦ ਸਤ ਪ੍ਰਭ ਭਗਤਾ, ਸ਼ਬਦ ਸਤ ਹੈਗਾ ਭਾਈ। ਇਹ ਸ਼ਬਦ ਦੇ ਦੁਆਰਾ ਜਿਹੜੀ ਹੈ, ਸ਼ਬਦ ਪਰਮਾਤਮਾ ਵੀ ਸ਼ਬਦ ਹੈਗਾ, ਸ਼ਬਦ ਰੂਪ ਹੈਗਾ। ਔਰ ਸਤ ਪ੍ਰਭ ਭਗਤਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਸੇ 'ਚੋਂ ਇਹ ਜਿਹੜਾ ਹੈਗਾ ਸਾਰਾ ਦਾ ਸਾਰਾ ਸ਼ਬਦ ਪ੍ਰਗਟ ਹੋਇਆ ਹੈ। ਇਹ ਸ਼ਬਦ ਦੇ ਦੁਆਰਾ ਹੀ ਆਪਾਂ ਜਿਹੜੇ ਹੈਗੇ ਨਾਮ ਤੱਕ ਪਹੁੰਚ ਸਕਦੇ ਹਾਂ। ਸੁਰਤ ਸਤ ਜਸ ਸੁਣਤਾ, ਸੁਰਤ ਦੇ ਨਾਲ, ਸੁਰਤ ਵੀ ਸੱਤ ਹੈ, ਜਿਹੜੀ ਸੁਰਤ ਉਸ ਮਾਲਕ ਪਰਮਾਤਮਾ ਦੇ ਜਸ ਸੁਣਦੀ ਹੈ। ਬੁੱਝਣਹਾਰ ਕੋ ਸਤ ਸਭ ਹੋਏ, ਜਿਹਨੇ ਇਹ ਗੱਲ ਬੁੱਝ ਲਈ ਉਹ ਸੱਤ ਹੋ ਜਾਏਗਾ, ਸਾਰਾ ਸੱਤ ਉਹ ਸੱਤ ਹੋ ਜਾਏਗਾ ਭਾਈ। ਉਹਨੂੰ ਸਾਰਾ ਸੱਤ ਲੱਗੇਗਾ, ਸਾਰੀ ਰਚਨਾ ਸੱਤ ਲੱਗੇਗੀ। ਬੁੱਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਉਹ ਮਾਲਕ ਪਰਮਾਤਮਾ ਹਮੇਸ਼ਾ ਸੱਤ ਹੈਗਾ। ਸਤ ਸਰੂਪ ਹਿਰਦੈ ਜਿਹਨੇ ਮਾਨਿਆ, ਜਿਨ੍ਹਾਂ ਨੇ ਇਸ ਸਰੂਪ ਨੂੰ ਦੇਖ ਲਓ, ਹੁਣ ਆਕਾਰ ਤੋਂ ਨਿਰਾਕਾਰ ਨੂੰ ਜਿਹੜਾ ਹੈਗਾ, ਇਸ ਨੂੰ ਸੱਤ ਕਰਕੇ ਮੰਨਣਾ ਹੈ। ਜਿਹੜਾ ਨਹੀਂ ਦਿਸ ਰਿਹਾ, ਜਿਹੜਾ ਨਹੀਂ ਜਿਹੜਾ ਹੈਗਾ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖਿਆ ਨਹੀਂ, ਕੁਛ ਵੀ ਨਹੀਂ, ਉਸ ਨੂੰ ਸੱਤ ਮੰਨਣਾ। ਉਹ ਸੱਤ ਸਰੂਪ ਹੈਗਾ। ਸਤ ਸਰੂਪ ਹਿਰਦੈ ਜਿਹਨੇ ਮਾਨਿਆ, ਇੱਥੇ ਜਿਹਦਾ ਦਿਲ ਖੜ ਗਿਆ, ਦਿਲ ਅੰਦਰੋਂ ਜਿਹਨੇ ਮੰਨ ਲਿਆ ਇਸ ਗੱਲ ਨੂੰ, ਉਹ ਭਗਤੀ ਕਰੂਗਾ ਭਾਈ ਨਿਰਗੁਣ ਦੀ। ਕਰਨ ਕਰਾਵਨ ਤੈਨੇ ਮੂਲ ਪਛਾਣਿਆ, ਕਹਿੰਦੇ ਕਰਨ ਵਾਲਾ ਤੇ ਕਰਵਾਉਣ ਵਾਲਾ ਉਸ ਮਾਲਕ ਪਰਮਾਤਮਾ ਨੂੰ ਪਛਾਣ ਲਿਆ ਉਹਨੇ। ਉਹ ਹੋ ਮੈਂ ਨਹੀਂ ਕਰੇਗਾ। ਸਤ ਸਰੂਪ ਹਿਰਦੈ ਜਿਹਨੇ ਮਾਨਿਆ, ਕਰਨ ਕਰਾਵਨ ਤੈਨੇ ਮੂਲ ਪਛਾਣਿਆ। ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨੇ ਪ੍ਰਗਟਾਇਆ। ਬਸ ਜਿਹਦੇ ਹਿਰਦੇ 'ਚ ਵਿਸ਼ਵਾਸ ਆ ਗਿਆ ਮਾਲਕ ਪਰਮਾਤਮਾ ਦੇ ਉੱਤੇ, ਬਸ ਆਹੀ ਤਤ ਗਿਆਨ ਹੈ ਭਾਈ। ਉਹਦੇ ਕੋਲ ਤਤ ਵਸਤੂ ਆ ਜਾਏਗੀ, ਉਹਦੇ ਕੋਲ ਤਤ ਵਸਤੂ ਆ ਗਈ। ਉਹਨੇ ਤਤ ਵਸਤੂ ਫੜ ਲਈ ਵੀ ਇਹ ਰਚਨਾ ਜਿਹੜੀ ਮਾਲਕ ਦੀ ਹੈਗੀ, ਸ੍ਰਿਸ਼ਟੀ ਸਾਰੀ ਮਾਲਕ ਨੇ ਬਣਾਈ ਆ, ਇਹ ਜਿਹੜੀ ਹੈਗੀ ਮਾਲਕ ਦੀ ਰਚਨਾ ਹੈਗੀ। ਉਹ ਮਾਲਕ ਇਸ ਤੋਂ ਪਿੱਛੇ ਹੈਗਾ ਮਾਲਕ ਪਰਮਾਤਮਾ। ਉਹ ਨਹੀਂ ਦਿਸਦਾ ਮਾਲਕ ਪਰਮਾਤਮਾ। ਉਸੇ ਤੱਕ ਪਹੁੰਚਣਾ ਹੈ ਭਾਈ। ਆਹੀ ਖੇਡ ਹੈਗੀ ਆ। ਸਤ ਸਰੂਪ ਹਿਰਦੈ ਜਿਹਨੇ ਮਾਨਿਆ, ਕਰਨ ਕਰਾਵਨ ਤਿਨੇ ਮੂਲ ਪਛਾਨਿਆ। ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨੇ ਪ੍ਰਗਟਾਇਆ। ਜਿਹਦੇ ਮਨ 'ਚ ਤਤ ਗਿਆਨ ਆ ਗਿਆ ਤੇ ਫਿਰ ਉਹ ਭੈ ਇਸ ਤੋਂ ਡਰੂਗਾ ਥੋੜ੍ਹੀ ਨਾ, ਇਸ ਰਚਨਾ ਤੋਂ। ਭੈ ਤੇ ਨਿਰਭਉ ਹੋਏ ਬਸਾਨਾ, ਇਸ ਮਾਇਆ ਤੋਂ, ਇਸ ਸ੍ਰਿਸ਼ਟੀ ਤੇ ਭੈ ਤੋਂ ਨਿਰਭਉ ਹੋ ਗਿਆ, ਨਿਰਭਉ ਹੋ ਕੇ ਵਸ ਗਿਆ ਭਾਈ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਸ ਤੋਂ ਪੈਦਾ ਹੋਇਆ ਸੀ ਉਸੇ ਵਿੱਚ ਸਮਾ ਗਿਆ। ਤਤ ਗਿਆਨ ਆ ਗਿਆ ਉਹਦੇ ਕੋਲ। ਕਿਵੇਂ ਸਮਾ ਗਿਆ? ਬਸਤ ਮਾਹੇ ਲੈ ਬਸਤ ਗਡਾਈ। ਕਹਿੰਦੇ ਜਿਸ ਤਰ੍ਹਾਂ ਕੋਈ ਇੱਕ ਚੀਜ਼ ਹੈਗੀ, ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ, ਤੇਲ ਦੇ ਵਿੱਚ ਤੇਲ ਮਿਲ ਜਾਂਦਾ, ਹਰ ਚੀਜ਼ ਉਸ ਵਸਤੂ ਦੇ ਵਿੱਚ ਹੀ ਮਿਲਦੀ ਹੈ। ਬਸਤ ਮਾਹੇ ਲੈ ਬਸਤ ਗਡਾਈ, ਗੱਡ ਜਾਂਦੀ ਹੈ ਉਹਦੇ ਵਿੱਚ, ਨਹੀਂ ਉਹ ਸੈਪਰੇਟ ਹੋ ਸਕਦੀ। ਬਸਤ ਮਾਹੇ ਲੈ ਬਸਤ ਗਡਾਈ, ਤਾਕੋ ਪਿੰਨ ਨਾ ਕਹਿਣਾ ਜਾਏ। ਉਹਨੂੰ ਪਿੰਨ ਨਹੀਂ ਕਿਹਾ ਜਾ ਸਕਦਾ ਭਾਈ। ਇੱਕ ਮਿੱਕ ਹੋ ਗਈ। ਹੁਣ ਘੜੇ ਦੇ ਵਿੱਚ ਪਾਣੀ ਪਾ ਦਿਓ ਭਾਈ, ਪਾਣੀ ਕਾ ਗਲਾਸ ਕੱਢ ਲਓ ਅਤੇ ਕੱਢ ਕੇ ਗਲਾਸ ਜਿਹੜਾ ਹੈਗਾ ਕਹਿ ਦਿਓ ਭਾਈ ਵੇ ਇਹਨੂੰ ਜਿਹੜਾ ਹੈਗਾ ਹੁਣ ਵਾਪਸ ਪਾ ਦਿਓ। ਅਤੇ ਫਿਰ ਕਹਿੰਦੇ ਫਿਰ ਕੱਢ ਕੇ ਦੇ ਮੈਨੂੰ ਉਹੀ ਗਲਾਸ ਦੇ ਜਿਹੜਾ ਕੱਢਿਆ ਸੀਗਾ ਪਹਿਲਾਂ। ਕਹਿੰਦੇ ਤਾਕੋ ਪਿੰਨ ਨਾ ਕਹਿ ਨਾ ਜਾਏ। ਬੂਝੈ ਬੂਝਨ ਹਾਰ ਵਿਵੇਕ। ਬੁੱਝਣ ਵਾਲੀ ਗੱਲ ਭਾਈ, ਕੋਈ ਵਿਵੇਕ ਕੀ ਬੁੱਝ ਸਕਦਾ ਹੈ। ਨਾਰਾਇਣ ਮਿਲੇ ਨਾਨਕ ਏਕ। ਬਸ ਜਿਹੜਾ ਬੁੱਝ ਗਿਆ ਉਹਨੂੰ, ਉਹ ਨਾਰਾਇਣ, ਉਹ ਮਾਲਕ ਪਰਮਾਤਮਾ ਇੱਕ ਜਿਹੜਾ ਹੈਗਾ ਮਿਲ ਜਾਏਗਾ, ਉਹਦੇ ਵਿੱਚ ਸਮਾ ਜਾਏਗੀ ਬੂੰਦ। ਠਾਕੁਰ ਦਾ ਸੇਵਕ ਆਗਿਆਕਾਰੀ। ਜਿਹੜਾ ਵੀ ਉਸ ਮਾਲਕ ਦਾ ਸੇਵਕ ਹੋਏਗਾ, ਭਗਤੀ ਕਰੇਗਾ, ਉਹ ਉਹਦੀ ਆਗਿਆਕਾਰੀ ਹੋਏਗਾ, ਉਹਦੀ ਆਗਿਆ ਮੰਨੇਗਾ, ਉਹਦੇ ਹੁਕਮ ਦੇ ਵਿੱਚ ਚੱਲੇਗਾ। ਠਾਕੁਰ ਦਾ ਸੇਵਕ ਸਦਾ ਪੁਜਾਰੀ, ਔਰ ਹਮੇਸ਼ਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਸੇਵਾ ਕਰੇਗਾ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ। ਉਸ ਮਾਲਕ ਪਰਮਾਤਮਾ ਦੇ ਸੇਵਕ ਦੇ ਮਨ ਦੇ ਵਿੱਚ ਉਸ ਮਾਲਕ ਦੀ ਪ੍ਰਤੀਤ ਹੁੰਦੀ। ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਉਸ ਠਾਕੁਰ ਦੇ ਸੇਵਕ ਦੀ ਨਿਰਮਲ ਅਰਥਾਤ ਜਨ ਦੀ, ਪਰਮੇਸ਼ਰ ਦੀ ਭਗਤੀ ਕਰਨ ਵਾਲੇ ਦੀ
ਕਹਿੰਦੇ ਨਿਰਮਲ ਰੀਤ ਆ, ਉਹ ਨਿਰਮਲ ਹੋਏਗਾ। ਇਹੀ ਨਿਰਮਲ ਰੀਤ ਹੈਗੀ। ਠਾਕੁਰ ਕੋ ਸੇਵਕ ਜਾਣੇ ਸੰਗ, ਉਸ ਮਾਲਕ ਨੂੰ ਸੇਵਕ ਆਪਣੇ ਅੰਗ ਸੰਗ ਜਾਣਦਾ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ, ਪਰਮਾਤਮਾ ਦਾ ਸੇਵਕ ਜਿਹੜਾ ਹੋਏਗਾ ਨਾਮ ਦੇ ਵਿੱਚ ਰੰਗਿਆ ਹੋਏਗਾ, ਉਹ ਨਾਮ ਦੇ ਵੱਲ ਗਤੀ ਕਰੇਗਾ। ਸੇਵਕ ਕੋ ਪ੍ਰਭ ਪਾਲਨਹਾਰਾ, ਤੇ ਮਾਲਕ ਜਿਹੜਾ ਹੈਗਾ ਐਸੇ ਸੇਵਕ ਨੂੰ ਮਾਲਕ ਪੂਰੀ ਕੇਅਰ ਕਰਦਾ ਹੈ। ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਉਹ ਨਿਰੰਕਾਰ ਆਪ ਉਹਦੀ ਰੱਖਦਾ ਹੈ ਭਾਈ, ਉਹਦੀ ਹਰ ਚੀਜ਼ ਨੂੰ ਰੱਖਦਾ ਹੈ, ਉਹਦੇ ਹਰ ਪਰਦੇ ਨੂੰ ਕੱਜਦਾ ਹੈ ਮਾਲਕ ਪਰਮਾਤਮਾ। ਮਾਲਕ ਪਰਮਾਤਮਾ ਜਿਹੜਾ ਮਾਲਕ ਦੀ ਭਗਤੀ ਕਰਦਾ ਹੈ, ਮਾਲਕ ਉਹਦੇ ਪਿੱਛੇ ਜਿਹੜਾ ਦੀਵਾਨਾ ਹੋ ਜਾਂਦਾ ਹੈ ਭਾਈ। ਪ੍ਰਭ ਕਾ ਸੇਵਕ ठाकुर को सेवक जाने संग, प्रभ का सेवक नाम के रंग, सेवक को प्रभ पालनहारा, सेवक की राखे निरंकारा। सो सेवक जिस दया प्रभ धारे, सेवक वही बनता जिस ते मालक ने दया करती। नानक सो सेवक सास सास समारे, की करता है वो सेवक जिन्हें वो मालक परमात्मा की भगती करता है पाए। माल जे जो जिन्ने मैक्सीमम जिहड़ा हैगा जिन्ना उहदे कोल बनदा है वो मालक नूं याद करदा है। अपने जन का पर्दा ढाक है, देखो की करदा है मालक परमात्मा, अपने जन का पर्दा ढकदा है, उहदे अवगुण जिहड़े हैगे छुपाउंदा है, ढक दिंदा है, नहीं प्रगट होण दिंदा। अपने जन का पर्दा, क्योंकि दुनिया दे विच जिन्ने भी जो भी आए इंसान सारे ते सारे अवगुणां दे अवगुण ते गुण दोनों डुअलिटी दे विच हैगे, दोनों चीज़ां हैगियां पाए। अपने जन का पर्दा ढाक है, अपने सेवक की सर पर रखे, कहते ਉਹਦੀ रखनी है मालक ने। ਜਿਹੇ ਜਿਹਾ भी मालक ਜਿਹੇ ਜਿਹਾ भी ਉਹ इंसान हैगा, जिन्ने मर्जी अवगुण कीते होण, जिथे मर्जी जिन्नी मर्जी नैगेटिव हो गया होए बंदा, जद शिफ्ट हो गया पाए मालक ने ਉਹਦੀ रखनी हैगी। अपने जन का पर्दा ढाके, अपने सेवक की सर पर रखे, अपने दास को दे वड्याई, ਉਹਨੂੰ ਵਡਿਆਈ ਦਿੰਦਾ है मालक परमात्मा, क्योंकि ਉਹ सेवक या दास हैगा। अपने सेवक को नाम जपाए, नाम जपवाउंदा है मालक परमात्मा, ये भगती मालक कराउंदा है। अपने सेवक की आप पत राखै, आप मालक परमात्मा ਉਹਦੀ ਇੱਜ਼ਤ ਰੱਖਦਾ ਹੈ ਲੋਕ ਪਰਲੋਕ ਦੇ ਵਿੱਚ, ਤਾਂ ਕਿ ਗਤਮਿਤ ਕੋਈ ਨਾ ਲਾਖੇ। ਕਹਿੰਦੇ ਉਹਦੀ ਉੱਚੀ ਅਵਸਥਾ, ਉਹਦੀ ਮਿਤੀ ਸੇਵਕ ਦੀ ਕੋਈ ਨਹੀਂ ਲੱਖ ਸਕਦਾ ਭਾਈ, ਕੋਈ ਨਹੀਂ ਲੱਖ ਸਕਦਾ। ਇਸ ਕਰਕੇ ਭਾਈ ਕਦੀ ਵੀ ਜਿਹੜਾ ਹੈਗਾ ਕਿਸੇ ਭਗਤੀ ਕਰਨ ਵਾਲੇ ਦੇ ਉੱਤੇ ਕਮੈਂਟ ਮਤ ਕਰੋ, ਬਿਲਕੁਲ ਜਿਹੜਾ ਹੈਗਾ ਉਹਦੇ ਪਿਛਲੇ ਜੀਵਨ ਨੂੰ ਮਤ ਜਿਹੜਾ ਹੈਗਾ ਕੰਸੀਡਰ ਕਰੋ। अपने सेवक को अपने दास को दे बढ़ाई, अपने सेवक को नाम जपाई, अपने सेवक की आप पत राखै, ताकि गतमित कोई ना लाखै। प्रभ के सेवक को ना पहुँचै, ਕਹਿੰਦੇ ਉਹਦੇ ਸੇਵਕ ਨੂੰ ਕੋਈ ਪਹੁੰਚ ਹੀ ਨਹੀਂ ਸਕਦਾ ਉੱਥੇ ਤੱਕ ਜਿੱਥੇ ਉਹ ਪਹੁੰਚ ਗਿਆ ਆ। ਪ੍ਰਭ ਕੇ ਸੇਵਕ ਉੱਚ ਤੇ ਉੱਚੇ, ਕਹਿੰਦੇ ਪਰਮਾਤਮਾ ਦੇ ਸੇਵਕ ਉੱਚੇ ਤੋਂ ਉੱਚੇ ਹੈਗੇ ਭਾਈ। ਜੋ ਪ੍ਰਭੇ ਆਪਣੀ ਸੇਵਾ ਲਾਇਆ, ਪ੍ਰਭੂ ਨੇ ਆਪਣੀ ਸੇਵਾ ਚਲਾਇਆ ਹੈ ਭਾਈ। ਜਿਹਨੂੰ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, 10 ਦਿਸ਼ਾਵਾਂ ਦੇ ਵਿੱਚ ਪ੍ਰਗਟ ਹੋ ਜਾਏਗਾ ਭਾਈ। ਉਹਦੀ ਸੋਭਾ 10 ਦਿਸ਼ਾਵਾਂ ਦੇ ਵਿੱਚ ਹੋਏਗੀ। ਨੀਕੀ ਕੀਰੀ ਮੈਂ ਕੱਲ ਰੱਖਾ ਹੈ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇੱਕ ਕੀੜੀ ਦੇ ਵਿੱਚ ਜਿਹੜਾ ਹੈਗਾ ਤਾਕਤ ਦੇ ਸਕਦਾ। ਕੀੜੀ ਨੂੰ ਭਸਮ ਕਰੇ ਲਸ਼ਕਰ ਕੋਟ ਲਾ ਕੇ, ਕਰੋੜਾਂ ਜਿਹੜੇ ਹੈਗੇ ਫੌਜ ਜਿਹੜੀ ਹੈਗੀ ਉਹਨੂੰ ਲੱਖਾਂ ਫੌਜਾਂ ਨੂੰ ਖਤਮ ਕਰ ਦੇਗੀ ਉਹ ਕੀੜੀ। ਐਸਾ ਮਾਲਕ ਪਰਮਾਤਮਾ ਹੈਗਾ। ਨਿੱਕੇ ਜਿਹੇ ਨੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਕੁਛ ਵੀ ਨਹੀਂ ਹੈ, ਉਹਨੂੰ ਜਿਹੜਾ ਹੈਗਾ ਸ਼ਕਤੀ ਦੇ ਦਿੰਦਾ ਹੈ। ਨੀਕੀ ਕੀਰੀ ਮੈਂ ਕੱਲ ਰੱਖੇ, ਐਸਾ ਹੈ ਉਹ ਮਾਲਕ ਪਰਮਾਤਮਾ। नीकी कीरी में कल राखे, भस्म करे लश्कर कोट लाखे, जिसका सास ना काढ़ ताप, ताको राखत दे कर हाथ। कहते जिन्हों मालक ने रक्षा करनी है, जिहदे श्वास मालक ने जिहड़े हैगे रक्षा करनी है, ਉਹਨੂੰ ਕਹਿੰਦੇ ਉਹਨੂੰ ਕੋਈ ਨਹੀਂ ਮਾਰ ਸਕਦਾ। जिसका सास ना काढ़ ताप, ताको राखत दे कर हाथ, मालक हथ दे के ਉਹਦੀ रक्षा करता है। मानस जतन करत बोपात, देख लो प्रहलाद ਕਿਵੇਂ ਮਾਲਕ ਪਰਮਾਤਮਾ ਆਪ ਪ੍ਰਗਟ ਹੋਇਆ ਸੀਗਾ। ਮਾਨਸ ਜਤਨ ਕਰਤ ਪਉ ਭਾਂਤ, ਮਨੁੱਖ ਜਿਹੜੇ ਹੈਗੇ ਇਨਸਾਨ ਅਨੇਕਾਂ ਹੀ ਯਤਨ ਕਰਦਾ, ਅਨੇਕਾਂ ਤਰੀਕੇ ਦੇ ਨਾਲ,
ਤਿਸਕੇ ਕਰਤਵ ਬਿਰਥੇ ਜਾਤ, ਉਹਦੇ ਕਰਤਵ ਬਿਰਥੇ ਜਾਂਦੇ ਆ ਪਾਏ, ਬਿਰਥੇ ਜਾਂਦੇ ਆ। ਉਹ ਨਹੀਂ ਮਾਰ ਸਕਦਾ ਉਹਨੂੰ। ਜਿਸਕਾ ਸਾਸ ਨਾ ਕਾਢ ਤਾਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਪਉ ਪਾਂਤ, ਤਿਸਕੇ ਕਰਤਵ ਬਿਰਥੇ ਜਾਤ। ਮਾਰੇ ਨਾ ਰਾਖੇ ਅਵਰ ਨਾ ਕੋਏ। ਕਹਿੰਦੇ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਕੋਈ ਮਾਰ ਨਹੀਂ ਸਕਦਾ, ਕੋਈ ਰੱਖ ਨਹੀਂ ਸਕਦਾ। ਮਾਰੇ ਨਾ ਰਾਖੇ ਅਵਰ ਨਾ ਖੋਏ, ਸਰਬ ਜੀਆਂ ਕਾ ਰਾਖਾ ਸੋਏ। ਸਾਰੇ ਜੀਵਾਂ ਦਾ ਰਾਖਾ ਉਹੀ ਮਾਲਕ ਪਰਮਾਤਮਾ ਹੈਗਾ। ਕਾਹੇ ਸੋਚ ਕਰੇ ਰੇ ਪ੍ਰਾਣੀ, ਹੈ ਇਸ ਵਾਸਤੇ, ਹੈ ਪ੍ਰਾਣ ਸ਼ਕਤੀ ਵਾਲਿਆ, ਹੈ ਇਨਸਾਨ, ਤੂੰ ਕਾਹਦੇ ਵਾਸਤੇ ਫਿਕਰ ਕਰ ਰਿਹਾ ਹੈ, ਕਾਹਦੇ ਵਾਸਤੇ ਫਿਕਰ ਕਰ ਰਿਹਾ ਹੈ। ਜਪ ਨਾਨਕ ਪ੍ਰਭ ਅਲਖ ਵਿਡਾਣੀ। ਪਿਆਰਿਆ, ਪਰਮੇਸ਼ਰ ਦਾ ਧਿਆਨ ਸਿਮਰਨ ਕਰ। ਉਹ ਅਲਖ ਨਹੀਂ ਲਖਿਆ ਜਾਂਦਾ, ਉਹ ਚੋਜ ਵਿਡਾਣੀ, ਮਾਲਕ ਪਰਮਾਤਮਾ, ਉਹਦਾ ਧਿਆਨ ਸਿਮਰਨ ਕਰ। ਕਾਹੇ ਸੋਚ ਕਰੇ ਰੇ ਪ੍ਰਾਣੀ, ਕਿਉਂ ਵਿਚਾਰ ਕਰ ਰਹੇ ਆ। ਜਪ ਨਾਨਕ ਪ੍ਰਭ ਅਲਖ ਵਿਡਾਣੀ। ਉਸ ਅਲਖ ਚੋਜ ਵਿਡਾਣੀ ਮਾਲਕ ਪਰਮਾਤਮਾ ਨੂੰ ਨਹੀਂ ਦਿਸ ਰਹੇ ਨੂੰ, ਉਹਨੂੰ ਜਪ, ਉਹ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਬਾਰੰਬਾਰ ਬਾਹਰ ਪ੍ਰਭ ਜਪੀਏ। ਦੇਖੋ ਕਿਸ ਤਰ੍ਹਾਂ ਮਾਲਕ ਜੀ ਨੇ, ਕਿਸ ਤਰ੍ਹਾਂ ਦੀ ਪੋਇਟਰੀ ਹੈਗੀ ਹੈ। ਕਹਿੰਦੇ ਬਾਰੰਬਾਰ ਬਾਹਰ ਪ੍ਰਭ ਜਪੀਏ। ਕਹਿੰਦੇ ਜਪ ਇਹੀ ਕੰਮ ਕਰਨ ਵਾਲਾ ਹੈ ਪਿਆਰਿਆ, ਇਹੀ ਕੰਮ ਕਰਨ ਵਾਲਾ ਹੈ। ਧਿਆਨ ਸਿਮਰਨ ਕਰ, ਧਿਆਨ ਸਿਮਰਨ ਕਰ, ਇਸਸੇ ਤਾਂ ਪਤਾ ਵੀ ਨਹੀਂ ਲੱਗਣਾ ਕਦੋਂ ਤੇਰੇ ਅੰਦਰ ਬੂੰਦ ਟਪਕਣ ਲੱਗ ਜਾਣੀ। ਬਾਰੰਬਾਰ ਬਾਹਰ ਪ੍ਰਭ ਜਪੀਏ। ਪੀ ਅੰਮ੍ਰਿਤ ਮਨ ਤਨ ਤ੍ਰਪੀਏ। ਮਨ ਔਰ ਤਨ ਤੇਰਾ ਤਰਪ ਜਾਏਗਾ, ਸੈटिस्फाई हो जाएगा। बारंबार बार प्रभ जपिए, पी अमृत एह मन तन तृपिए। नाम रतन जिन्हें गुरमुख पाया। नाम प्रगट होया तां ही तां जिहड़ा अमृत आउणा है। नाम ही तां अमृत हैगा, नाम ही तां रतन हैगा। नाम रतन जिन्हें गुरमुख पाया। मिलना गुरु कोलों है पाए, गुरमुखां कोलों। नाम रतन जिन्हें गुरमुख पाया, तिस किछ अवर नाहीं दृष्ट आया। ਉਹਨੂੰ ਫਿਰ ਹੋਰ ਕੋਈ ਦੂਸਰਾ ਨਹੀਂ ਨਜ਼ਰ ਆਉਂਦਾ, ਬਸ ਉਹ ਸਾਰੀ ਦੁਨੀਆ ਉਹਦੀ ਆਪਣੀ ਨਜ਼ਰ ਆਉਂਦੀ ਹੈ। ਮਾਲਕ ਹੀ ਦਿਸਦਾ। ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟ ਆਇਆ। ਨਾਮ ਤਨ ਨਾਮੋ ਰੂਪ ਰੰਗ। ਉਹਦਾ ਨਾਮ ਹੀ ਤਨ ਹੈਗਾ ਪਾਏ, ਨਾਮ ਹੀ ਰੂਪ ਰੰਗ, ਸਾਰਾ ਕੁਛ ਨਾਮ ਹੈਗਾ। ਨਾਮੋ ਤਨ, ਨਾਮ ਦੇ ਨਾਲ ਮਾਲਕ ਨੇ ਪ੍ਰਗਟ ਹੋਣਾ ਹੈ। ਨਾਮੋ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਉਹਦੇ ਵਾਸਤੇ ਉਹਦਾ ਰੂਪ ਵੀ, ਉਹਦਾ ਰੰਗ, ਉਹਦਾ ਧਨ, ਉਹਦੇ ਸੁੱਖ, ਸਾਰੇ ਨਾਮ ਹੈਗੇ ਪਾਏ। ਨਾਮ ਦੀ ਸੰਗਤ ਚਾਹੁੰਦਾ ਹੈ ਉਹ, ਜਿਸ ਦੇ ਅੰਦਰ ਨਾਮ ਰਤਨ ਜਿਹੜਾ ਹੈਗਾ, ਗੁਰੂ ਤੋਂ ਜਿਨ੍ਹਾਂ ਨੇ ਪਾ ਲਿਆ। ਨਾਮ ਰਤਨ ਜਿਨੇ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟ ਆਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਸੇ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ। ਜਿਹੜੇ ਨਮਰਤ ਰਸ ਦੇ ਵਿੱਚ ਜਿਹੜੇ ਤ੍ਰਿਪਤ ਹੋ ਗਏ ਪਾਏ, ਉਹ ਤਾਂ ਮਨ ਔਰ ਤਨ ਦੇ ਵਿੱਚ, ਨਾਮ ਦੇ ਵਿੱਚ ਸਮਾ ਗਏ ਪਾਏ। ਨਾਮੇ ਨਾਮ ਸਮਾਨੇ, ਨਾਮ ਦੇ ਵਿੱਚ ਹੀ ਸਮਾ ਗਏ। ਉਠਤ ਬੈਠਤ ਸੋਵਤ ਨਾਮ। ਉੱਠਦੇ ਬੈਠਦੇ ਸੌਂਦੇ ਜਾਗਦੇ ਬਸ ਇੱਕੋ ਹੀ ਕੰਮ ਹੈਗਾ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਆਹੀ ਕੰਮ ਹੈ, ਹਮੇਸ਼ਾ ਆਹੀ ਕੰਮ ਹੈ ਜਾਣਦੇ। बोलो जस जेवा दिन रात। है मेरी जेब, शुरू हो जा पाए, शुरू हो जा परमेश्वर का जस करना शुरू हो जा। समा थोड़ा हैगा, जा रहे श्वास। बोलो जस जेवा दिन रात, प्रभु अपने जन की नी दात। ਉਹ ਮਾਲਕ, ਆਪਣੇ ਮਾਲਕ ਨੇ ਆਹ ਦਾਤ ਦਿੱਤੀ ਆ ਪਾਏ। ਆਇਆ ਉਹਦੀ ਦਾਤ ਮਾਲਕ ਦੀ, ਆਇਆ ਪਾਏ। ਨਾਮ ਉਹਨੇ ਆਪਣੇ ਕੰਟਰੋਲ ਦੇ ਵਿੱਚ ਰੱਖਿਆ। ਜਿਹੜਾ ਡਿਮਾਂਡ ਕਰਦਾ ਉਹਨੂੰ ਦਿੰਦਾ ਹੈ। ਦਾਤ ਹੈ, ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ। ਜਿਹਨੂੰ ਪਾਉਂਦੀ ਹੈ, ਜਿਹੜਾ ਚਾਹੁੰਦਾ ਹੈ ਉਹਨੂੰ ਦੇ ਦਿੰਦਾ ਹੈ। ਬੋਲੋ ਜਸ ਜਿਹਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ। ਜਨ ਨੂੰ ਕਿਹਨੇ ਦਿੱਤੀ ਦਾਤ? ਮਾਲਕ ਨੇ, ਆਪਣੇ ਮਾਲਕ ਨੇ ਦਿੱਤੀ, ਆਪਣੇ ਜਨ ਨੂੰ ਦਿੱਤੀ ਹੈ। ਕਰੇ ਭਗਤ ਆਤਮ ਕੇ ਚਾਹੇ। ਕਿਵੇਂ ਭਗਤੀ ਕਰਦੇ? ਕਹਿੰਦੇ ਮਨ ਲਾ ਕੇ ਕਰਦੇ, ਮਨ ਲਾ ਕੇ ਕਰਦੇ ਆ, ਚਾਹ ਦੇ ਨਾਲ ਕਰਦੇ ਆ। ਕਰੇ ਭਗਤ ਆਤਮ ਕੇ ਛਾਏ। ਕਰੰਟ ਲੱਗ ਕੇ, ਜਿਸ ਤਰ੍ਹਾਂ ਕਰੰਟ ਲੱਗਦਾ ਇਸ ਤਰ੍ਹਾਂ ਉੱਠਦੇ ਆ ਭਾਈ। बोलो जस जेवा दिन रात, प्रभ अपने जन की नी दात। करें भगत आत्म के चाहे, प्रभ अपने स्यों रहे समाए। मालक दे नाल हमेशा जुड़े रहंदे आ। जो होआ होवो सो जाने। जो हो रहा है मालक दी खेड़िया, हो गया। उत्थे श्वास नहीं लाउंदे भाई, जो हो गया हो गया।
ਜੋ ਹੋਵਾ ਉਸ ਤੋਂ ਲੈਸਨ ਲੈ ਲਓ, ਅੱਗੇ ਵੱਧ ਚਲੋ। ਜੋ ਹੋਵਾ ਹੋਵ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਪਰਮਾਤਮਾ ਆਪਣੇ ਦਾ ਹੁਕਮ ਪਛਾਣਦੇ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਾ ਏਕ ਨਾ ਜਾਣੋ। ਕਹਿੰਦੇ ਉਹਨਾਂ ਦੀ ਮਹਿਮਾ ਬਖਾਣ ਸਕਦਾ ਮੈਂ, ਕਹਿੰਦੇ ਉਹਨਾਂ ਦੀ ਮਹਿਮਾ ਮੈਂ ਬਖਾਣ ਸਕਦਾ ਹਾਂ। ਤਿਸ ਕੀ ਮਹਿਮਾ ਕੌਣ ਬਖਾਨੋ, ਕਿਹੜਾ ਬਖਾਣ ਸਕਦਾ ਹੈ ਇਸ ਜਿਹੜੇ ਇਹੋ ਜਿਹੇ ਜਿਹੜੇ ਹੈਗੇ ਜਿਹੜੇ ਪਰਮਾਤਮਾ ਦੇ ਵਿੱਚ ਸਮਾਏ ਹੋਏ ਆ, ਜਿਹੜੇ ਚਾਅ ਦੇ ਨਾਲ ਭਗਤੀ ਕਰਦੇ ਆ, ਜਿਨ੍ਹਾਂ 'ਤੇ ਮਾਲਕ ਨੇ ਨਾਮ ਦੀ ਦਾਤ ਦਿੱਤੀ ਹੈ ਜਿਨ੍ਹਾਂ ਨੂੰ, ਕਹਿੰਦੇ ਉਹਨਾਂ ਦੀ ਮਹਿਮਾ ਕੌਣ ਬਖਾਣ ਸਕਦਾ ਆ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਾ ਏਕ ਨਾ ਜਾਣੋ। ਕਹਿੰਦੇ ਉਹਨਾਂ ਦਾ ਗੁਣ ਮੈਂ ਕਹਿ ਹੀ ਨਹੀਂ ਸਕਦਾ, ਜਾਣ ਹੀ ਨਹੀਂ ਸਕਦਾ। ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸਈ ਜਨ ਪੂਰੇ। ਕਹਿੰਦੇ 8 ਪਹਿਰ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਹੁੰਦੇ ਆ ਭਾਈ, ਉਹ ਪੂਰੇ ਹੈਗੇ ਭਾਈ, ਮਾਲਕ ਦੇ ਨਾਲ ਇੱਕ-ਮਿਕ ਹੋ ਗਏ, ਮਾਲਕ ਦੀ ਹਜ਼ੂਰੀ 'ਚ ਹੈਗੇ ਉਹ। 8 ਪਹਿਰ ਪ੍ਰਭ ਬਸੇ ਹਜੂਰੇ, ਪ੍ਰੈਜ਼ੈਂਟ ਦੇ ਵਿੱਚ ਰਹਿੰਦੇ ਹਮੇਸ਼ਾ। 8 ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੈ, ਆਖਰੀ ਬੰਦ ਆ ਗਿਆ। ਮਨ ਮੇਰੇ ਤਿਨ ਕੀ ਓਟ ਲੈ, ਕਹਿੰਦੇ ਮੇਰੇ ਮਨਾ ਉਹਨਾਂ ਦੀ ਸੰਗਤ ਕਰ, ਉਹਨਾਂ ਦਾ ਆਸਰਾ ਲੈ, ਉਹਨਾਂ ਤੋਂ ਲੈ ਨੁਕਤੇ, ਉਹਨਾਂ ਤੋਂ ਲੈ ਗਾਈਡੈਂਸ, ਉਹਨਾਂ ਤੋਂ ਲੈ ਗਿਆਨ। ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਾਂਦੇ ਦੇ ਆਪਣਾ ਮਨ ਔਰ ਤਨ ਜਿਹੜਾ ਹੈਗਾ ਦੋਨੋਂ, ਜਿਵੇਂ ਕਹਿ ਰਹੇ ਜਿਵੇਂ ਕਰ ਰਹੇ ਉਵੇਂ ਸ਼ੁਰੂ ਹੋ ਜਾ। ਮਨ ਤਨ ਆਪਣਾ ਤਿੰਨ ਜਾਂਦੇ, ਜਿਹਨੇ ਜਾਣੇ ਆਪਣਾ ਹੁਕਮ, ਜਿਨ ਜਾਣੇ ਆਪਣਾ ਪ੍ਰਭੂ ਪਛਾਤਾ, ਜਿਨ੍ਹਾਂ ਨੇ ਮਾਲਕ ਪਰਮਾਤਮਾ ਨੂੰ, ਆਪਣੇ ਮਾਲਕ ਪਰਮਾਤਮਾ ਨੂੰ ਪਛਾਣ ਲਿਆ। ਸੋਜਨ ਸਰਬ ਥੋਕ ਕਾ ਦਾਤਾ, ਕਹਿੰਦੇ ਉਹ ਤਾਂ ਬਸ ਦੇਖੋ ਕੀ ਕਹਿ ਰਹੇ ਮਹਾਰਾਜ, ਕਹਿੰਦੇ ਸੋਜਨ ਸਰਬ ਥੋਕ ਕਾ ਦਾਤਾ, ਕਹਿੰਦੇ ਉਹ ਤਾਂ ਦਾਤਾ ਹੋ ਗਿਆ ਭਾਈ, ਸਾਰਾ ਕੁਛ, ਸਾਰੇ ਥੋਕ ਦਾ ਦਾਤਾ ਹੋ ਗਿਆ, ਉਹ ਮਾਲਕ ਦਾ ਸਾਰਾ ਕੁਛ ਉਹਦਾ ਹੋ ਗਿਆ ਭਾਈ। ਦੇਖੋ ਕਿਆ ਕਮਾਲ ਹੈ। ਜਿਨੇ ਜਨੇ ਆਪਣਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕ ਕਾ ਦਾਤਾ, ਦਾਤਾ ਲਿਖਿਆ ਹੋਇਆ ਭਾਈ, ਦੇਖੋ ਦਾਤਾ ਕਲੀਅਰ, ਔਰ ਥੋਕ ਦਾ ਦਾਤਾ ਹੈਗਾ ਉਹ। ਜਿਨ ਜਨੇ ਆਪਣਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕ ਕਾ ਦਾਤਾ, ਕਮਾਲ ਹੈ। ਤਿਸ ਕੀ ਸ਼ਰਨ ਸਰਬ ਸੁਖ ਪਾਵੇਂ, ਕਹਿੰਦੇ ਹੁਣ ਤਾਂ ਉਹ ਦਾਤਾ ਹੈ ਭਾਈ, ਉਹਦੀ ਸ਼ਰਨ 'ਚ ਜਾਏਗਾ ਤੇ ਸਾਰੇ ਸੁੱਖ ਪਾ ਲਏਗਾ। ਤਿਸ ਕੀ ਸ਼ਰਨ, ਉਹ ਹੁਣ ਮਾਲਕ ਪਰਮਾਤਮਾ ਦੇ ਨਾਲ ਇੱਕ ਹੋ ਗਿਆ ਭਾਈ, ਪਰਮਾਤਮਾ ਹੋ ਗਿਆ, ਮਰਜ ਹੋ ਗਿਆ ਉਹ। ਜਿਨੇ ਜਨੇ ਆਪਣਾ ਪ੍ਰਭੂ ਪਛਾਤਾ, ਪਛਾਣ ਲਿਆ ਕਿ ਗੇਮ ਖਤਮ ਹੋ ਗਈ ਭਾਈ, ਫਿਰ ਪ੍ਰਕਿਰਤੀ ਕੀ ਰਹਿ ਗਈ, ਪ੍ਰਕਿਰਤੀ ਦੇ ਵਿੱਚ ਹੈ ਹੀ ਨਹੀਂ ਉਹ। ਜਿਨੇ ਜਨ ਆਪਣਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੇਂ, ਤਿਸ ਕੇ ਦਰਸ ਪਾਪ ਮਿਟਾਵੇਂ। ਕਹਿੰਦੇ ਸਾਰੇ ਪਾਪ ਮਿਟ ਜਾਣਗੇ ਉਹਦੇ ਦਰਸ਼ਨ ਦੇ ਨਾਲ, ਉਹਦੀ ਸੰਗਤ ਦੇ ਨਾਲ। ਆਵਰ ਸਿਆਣਪ ਸਗਲੀ ਛਾੜ, ਕਹਿੰਦੇ ਸਾਰੀਆਂ ਸਿਆਣਪਾਂ ਚਤੁਰਾਈਆਂ ਛੱਡ ਦੇ। ਹੁਣ ਇੱਥੇ ਜਿਹੜਾ ਹੈ ਨਾ, ਇਹ ਆਪਾਂ ਇੱਥੇ ਦਲੀਲ ਦੇਣ ਵਾਲੇ ਨੇ ਇਹ ਵੀ ਕਹਿ ਦੇਣਾ, ਦੇਖੋ ਤੁਸੀਂ ਕਹਿ ਰਹੇ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਾਪਿਨ, ਉਹਦੀ ਭਗਤੀ ਕਰਨੀ ਹੈ। ਇੱਥੇ ਮਹਾਰਾਜ ਕਹਿ ਰਿਹਾ ਬਈ ਇਹ ਜਿਹੜਾ ਹੈਗਾ, ਜਿਹੜੇ ਪਰਮੇਸ਼ਰ ਨੂੰ ਪਛਾਣ ਲਿਆ ਜਿਨ੍ਹਾਂ ਨੇ, ਉਹਨਾਂ ਦੀ ਭਗਤੀ ਕਰਨ ਨੂੰ ਕਹਿ ਰਿਹਾ, ਉਹਨਾਂ ਦੀ ਸ਼ਰਨ ਪੈਣ ਨੂੰ ਕਹਿ ਰਿਹਾ ਭਾਈ। ਉਹ ਰਹੇ ਹੀ ਨਹੀਂ ਹੈ, ਉਹ ਤਾਂ ਮਾਲਕ ਪਰਮਾਤਮਾ ਦਾ ਰੂਪ ਹੋ ਗਏ ਭਾਈ, ਮਾਲਕ ਦੇ ਵਿੱਚ ਮਰਜ ਹੋ ਗਏ। ਸਰੀਰ, ਉਹਨਾਂ ਦਾ ਸਰੀਰ 5 ਤੱਤਾਂ ਤੋਂ ਉੱਪਰ ਹੈ, ਸਰੀਰ ਦੇ ਵਿੱਚ ਹੈ ਨਹੀਂ ਗੇ ਉਹ। जिने जने अपना प्रभु पछाता, सोजन सर्व थोक का दाता, तिसकी शरण सर्व सुख पावे, तिसके दर सब पाप मिटावे, अवर सियाण सगली छाड़, तिस जन की तू सेवा लाग। ये देखो मन ਦੀਆਂ ਚਤਰਾਈਆਂ ਆ ਜਾਂਦੀਆਂ, ਮਨ ਜਿਹੜਾ ਹੈ ਸ਼ੁਰੂ ਹੋ ਜਾਂਦਾ ਇਹੋ ਜਿਹੀਆਂ ਗੱਲਾਂ ਕਰਨੀਆਂ, ਇਹੋ ਜਿਹੀਆਂ ਸੋਚ ਲਿਆਉਣੀਆਂ। ਕਹਿੰਦੇ ਚਤਰਾਈਆਂ ਛੱਡ ਦੇ। ਮਹਾਰਾਜ ਨੂੰ ਪਤਾ ਸੀ ਆ ਚਤਰਾਈ ਆਉਣੀ ਆ, ਤਾਂ ਹੀ ਇੱਥੇ ਆ ਲਿਖਿਆ ਹੈ ਭਾਈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਕਹਿੰਦੇ ਤੇਰਾ ਆਉਣਾ ਜਾਣਾ ਨਹੀਂ ਹੋਏਗਾ ਭਾਈ, ਉਸ ਜਨ ਦੇ ਪੈਰ ਪੂਜ। ਉਸ ਜਨ ਦੇ ਪੈਰ ਪੂਜਣੇ ਕੀ ਹੈਗੇ? ਉਸ ਜਨ ਜਿਹੜਾ ਹੈਗਾ ਉਸ ਤੋਂ ਗਾਈਡੈਂਸ ਲੈ ਕੇ, ਉਸ ਤੋਂ ਜਿਹੜੀ ਹੈਗੀ ਆ ਇਹ ਗਿਆਨ ਲੈ ਕੇ, ਬ੍ਰਹਮ ਗਿਆਨ ਲੈ ਕੇ, ਸ਼ਬਦ ਬ੍ਰਹਮ ਲੈ ਕੇ ਮਾਲਕ ਪਰਮਾਤਮਾ ਦੇ ਨਾਲ ਜੁੜ ਜਾ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਇਹ ਜੀ 17 ਹੋ ਗਈਆਂ
ਭੁੱਲਾਂ ਚੁੱਕਾਂ ਦੀ ਖਿਮਾ। ਵੀਰ ਜੀ, ਹਾਂਜੀ ਹਾਂਜੀ। ਜਿਹੜਾ ਬ੍ਰਹਮ ਗਿਆਨੀ ਹੁੰਦਾ, ਹਾਂ ਮਤਲਬ ਮੈਂ ਮਹਿਸੂਸ ਕਰਦਾ ਜੀ, ਉਹ ਕਦੇ ਵੀ ਆਪਦੀ ਪੂਜਾ ਨਹੀਂ ਕਰਾ ਸਕਦਾ। ਬਿਲਕੁਲ ਸਹੀ ਹੈ। ਜੇ ਉਹ ਬ੍ਰਹਮ ਗਿਆਨੀ ਹੋ ਗਿਆ ਤਾਂ ਉਹ ਪ੍ਰਮਾਤਮਾ ਦੀ ਸੇਵਾ ਕਰਕੇ, ਪ੍ਰਮਾਤਮਾ ਦਾ ਨਾਮ ਜਪ ਕੇ ਹੀ ਬ੍ਰਹਮ ਗਿਆਨੀ ਬਣ ਸਕਦਾ ਹੈ, ਹੋਇਆ ਹੈ। ਫਿਰ ਉਹ ਆਪਦੀ ਪੂਜਾ ਤਾਂ ਕਰਵਾ ਹੀ ਨਹੀਂ ਸਕਦਾ ਨਾ। ਬਿਲਕੁਲ ਠੀਕ ਹੈ। ਜਿਹੜਾ ਆਪਣੀ ਪੂਜਾ ਕਰਵਾ ਰਿਹਾ, ਨਾਕਸ਼ ਵਾਲੀ ਗੱਲ ਹੋ ਜਾਣੀ ਹੈ, ਨਹੀਂ ਤਾਂ ਫਿਰ ਬਿਲਕੁਲ ਜਿਹੜਾ ਆਪਣੀ ਪੂਜਾ ਕਰਾ ਰਿਹਾ ਹੈ ਉਹ ਫਿਰ ਬ੍ਰਹਮ ਗਿਆਨੀ ਹੈ ਨੀਗਾ। गुरु गोविंद सिंह ने लिखा वीर जी, जो हमको परमेश्वर उचरा ते सब नरक कुंड में पर है। बिल्कुल ठीक है, बिल्कुल सही गल है। हाँ बहुत वधिया जी, बहुत वधिया, बहुत वधिया। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ